ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਮੈਂ ਹਰਜੀਤ ਗਿੱਲ ਤੇ ਮੇਰੇ ਨਾਲ ਪ੍ਰੋਫੈਸਰ ਜਗੀਰ ਸਿੰਘ ਕਾਲੋਂ ਜੁੜ ਗਏ ਨੇ। ਅਸੀਂ ਥੋੜ੍ਹੀ ਜਿਹੀਆਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ, ਪੰਜਾਬ ਦੀਆਂ ਕੁਝ ਗੱਲਾਂ ਬਾਤਾਂ ਦੁਨੀਆ ਦੀਆਂ ਮਿਲ ਕੇ ਥੋੜ੍ਹੀ ਦੇਰ ਤੱਕ। ਔਰ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦਾ ਕਰੀਏ ਸਵਾਗਤ ਤੇ ਨਾਲ ਹੀ ਸਵਾਗਤ ਕਰਦੇ ਹਾਂ ਪ੍ਰੋਫੈਸਰ ਸਾਹਿਬ ਤੁਹਾਡਾ ਜੀ ਆਇਆਂ ਨੂੰ। ਬਹੁਤ ਮਿਹਰਬਾਨੀ ਜੀ, ਤੁਹਾਨੂੰ ਤੇ ਆਪਣੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਅੱਜ 1 ਨਵੰਬਰ ਤੇ ਪੰਜਾਬ ਵਾਸਤੇ ਕਈ ਗੱਲਾਂ ਤੋਂ ਪੱਖਾਂ ਤੋਂ ਅਹਿਮ ਦਿਨ, ਤੇ ਕਈ ਵਾਰ ਇਹ ਦਿਨ ਜਿਹੜਾ ਉਹ ਦੁਖਦਾਈ ਦਿਨ ਵੀ ਸਾਨੂੰ ਨਜ਼ਰ ਆਉਂਦਾ। ਬਹੁਤ ਸਾਰੇ ਲੋਕ ਮਹਿਸੂਸ ਕਰਦੇ ਆ ਕਿ ਅੱਜ ਪੰਜਾਬੀ ਸੂਬਾ ਬਣਿਆ ਸੀ ਤੇ ਪੰਜਾਬ ਡੇ ਆ, ਤੇ ਪੰਜਾਬ ਡੇ ਮਨਾਇਆ ਵੀ ਜਾਂਦਾ ਸਰਕਾਰੀ ਪੱਧਰ ਤੇ। ਆਪਾਂ ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਉਹਦੀ ਗੱਲਬਾਤ ਕਰ ਲਈਏ ਜੀ। ਪੰਜਾਬ ਡੇ ਜਿਹੜਾ ਜੀ, ਇਹ ਭਾਵੇਂ ਪੰਜਾਬੀ ਸੂਬੇ ਦਾ ਸਥਾਪਨਾ ਦਿਵਸ ਆ, ਪਰੰਤੂ ਇਹਦੇ ਵਿੱਚ ਵੀ ਇੱਕ ਦੁਖਾਂਤ ਛਿਪਿਆ ਆ। ਹਾਂਜੀ। ਉਹ ਦੁਖਾਂਤ ਇਹ ਆ ਕਿ ਜਿਹੜਾ ਕਾਂਗਰਸ ਦਾ ਕਰਾਚੀ ਸੈਸ਼ਨ ਹੋਇਆ ਸੀਗਾ ਹਾਂਜੀ 1938 ਚ, ਉਹਦੇ ਵਿੱਚ ਦੋ ਮਹੱਤਵਪੂਰਨ ਮਤੇ ਜਿਹੜੇ ਆ ਉਹ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਆ ਉਹਨੇ ਪਾਸ ਕੀਤੇ ਸੀਗੇ। ਉਹਨਾਂ ਵਿੱਚ ਇੱਕ ਤਾਂ ਇਹ ਸੀਗਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਿਹੜੀ ਰੇਸ਼ੋ ਹੋਏਗੀ ਤਨਖਾਹ ਦੀ, ਉਹ 1:10 ਹੋਏਗੀ। ਜੇ ਵੱਧ ਤੋਂ ਵੱਧ ਤਨਖਾਹ ਜਿਹੜੀ ਆ ਉਹ 100 ਰੁਪਈਆ ਆ, ਤਾਂ ਘੱਟ ਤੋਂ ਘੱਟ 10 ਹੋਏਗੀ। ਮਤਲਬ ਇਸ ਤਰੀਕੇ ਨਾਲ ਰੇਸ਼ੋ ਰੱਖੀ ਸੀਗੀ, ਤੇ ਉਹ ਕਿੰਨੀ ਕੁ ਲਾਗੂ ਹੋਈ ਆ ਉਹ ਤਾਂ ਆਪਾਂ ਸਾਰੇ ਜਾਣਦੇ ਹਾਂ। ਦੂਜਾ ਮਹੱਤਵਪੂਰਨ ਮਤਾ ਸੀਗਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਬਣਾਏ ਜਾਣਗੇ। ਜਿਹੜੀ ਕਿਸੇ ਸੂਬੇ ਦੇ ਲੋਕ ਭਾਸ਼ਾ ਬੋਲਦੇ ਆ, ਉਹਦੇ ਆਧਾਰ ਦੇ ਉੱਤੇ ਸੂਬੇ ਬਣਾਏ ਜਾਣਗੇ। 1947 ਚ ਦੇਸ਼ ਆਜ਼ਾਦ ਹੋ ਗਿਆ। 1950 ਦੇ ਵਿੱਚ ਸੰਵਿਧਾਨ ਲਾਗੂ ਹੋ ਗਿਆ। 1952 ਦੇ ਵਿੱਚ ਪਹਿਲੀਆਂ ਚੋਣਾਂ ਹੋ ਗਈਆਂ, ਤੇ 1956 ਤੱਕ ਇਹ ਸੂਬੇ ਜਿਹੜੇ ਆ ਉਹ ਭਾਸ਼ਾ ਦੇ ਆਧਾਰ ਤੇ ਬਣਾਏ ਹੀ ਨਾ। ਫਿਰ ਦੱਖਣੀ ਭਾਰਤ ਦਾ ਇੱਕ ਨੌਜਵਾਨ ਜਿਹਦਾ ਨਾਂ ਰਮੂਲੋ ਰਾਓ ਸੀਗਾ, ਉਹਨੇ ਸੈਲਫ ਇਮੋਲੇਸ਼ਨ ਕਰ ਲਈ, ਆਪਣੇ ਆਪ ਨੂੰ ਅੱਗ ਲਾ ਲਈ ਪਈ ਇਹ ਤੁਸੀਂ ਆਪਣਾ ਵਾਅਦਾ ਕਿਉਂ ਨਹੀਂ ਪੂਰਾ ਕਰਦੇ। ਤਾਂ ਉਸ ਸਮੇਂ ਫਿਰ ਜਿਹੜੇ ਸਾਊਥ ਵਾਲੇ ਕਾਫੀ ਸੂਬੇ ਆ ਉਹ 1 ਨਵੰਬਰ 1956 ਨੂੰ ਭਾਸ਼ਾ ਦੇ ਆਧਾਰ ਦੇ ਉੱਤੇ ਬਣਾਏ ਗਏ, ਜਿਨ੍ਹਾਂ ਦੇ ਵਿੱਚ ਭੰਨ ਤੋੜ ਕਰਕੇ ਪ੍ਰੈਜ਼ੀਡੈਂਸੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਕਰਕੇ, ਤੇ ਜਿਨ੍ਹਾਂ ਵਿੱਚ ਤਾਮਿਲਨਾਡੂ ਵੀ ਬਣਿਆ, ਆਂਧਰਾ ਪ੍ਰਦੇਸ਼ ਵੀ ਬਣਿਆ, ਵਗੈਰਾ ਵਗੈਰਾ। ਤੇ ਪੰਜਾਬ ਦਾ ਜਿਹੜਾ ਹੈ ਉਹ ਛੱਡ ਦਿੱਤਾ ਗਿਆ। ਫਿਰ ਪੰਜਾਬ ਦੇ ਲੋਕਾਂ ਨੇ ਐਜੀਟੇਸ਼ਨ ਕੀਤੀ, ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਅਕਾਲੀ ਦਲ ਉਸ ਵੇਲੇ ਦਾ ਤੇ ਲੈਫਟਿਸਟ ਜਿਹੜੇ ਹੈਗੇ ਆ ਕਮਿਊਨਿਸਟ, ਉਹ ਉਹਨਾਂ ਨੇ ਜ਼ੋਰਦਾਰ ਮੰਗ ਕੀਤੀ, ਉਹਨਾਂ ਨੇ ਐਜੀਟੇਸ਼ਨ ਵੀ ਕੀਤੀ। ਤੇ ਫਿਰ ਕਿਤੇ ਜਾ ਕੇ 1966 ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਹ ਭਾਸ਼ਾ ਦੇ ਆਧਾਰ ਤੇ ਸੂਬਾ ਬਣਾ ਦਿੱਤਾ ਗਿਆ। ਪਰੰਤੂ ਇਹ ਤੁਹਾਨੂੰ ਵੀ ਪਤਾ ਤੇ ਸਾਡੇ ਦਰਸ਼ਕ ਵੀ ਬਹੁਤੇ ਜਾਣਦੇ ਆ ਕਿ ਇਹ ਭਾਸ਼ਾ ਦੇ ਆਧਾਰ ਦੇ ਉੱਤੇ ਬਣਾਇਆ ਗਿਆ ਅਸਲੀ ਪੰਜਾਬੀ ਸੂਬਾ ਨਹੀਂ ਹੈ। ਇਹ ਲੰਗੜਾ ਪੰਜਾਬੀ ਸੂਬਾ ਆ ਭਾਸ਼ਾ ਦੇ ਹਿਸਾਬ ਨਾਲ, ਕਿਉਂਕਿ ਕਾਂਗੜਾ ਵਗੈਰਾ ਜਿਹੜੇ ਹਿਮਾਚਲ ਵਿੱਚ ਚਲੇ ਗਏ, ਉਧਰੋਂ ਤੁਸੀਂ ਦੇਖੋ ਕਿ ਪਾਣੀਪਤ, ਕਰਨਾਲ, ਗੂਲਾ ਚੀਕਾ, ਹਿਸਾਰ, ਜਿਹੜੇ ਇਹ ਇਲਾਕੇ ਹੈਗੇ ਆ ਇਹ ਪੰਜਾਬੀ ਬੋਲਦੇ ਸੀਗੇ। ਤੇ ਇਹਦੇ ਪਿੱਛੇ ਇੱਕ ਸਿਆਸਤ ਸੀਗੀ। ਇੱਕ ਸਿਆਸਤ ਤਾਂ ਇਹ ਸੀਗੀ ਕਿ ਪੰਜਾਬੀ ਬੋਲਦੇ ਸਾਰੇ ਇਲਾਕੇ ਜਿਹੜੇ ਆ ਉਹ ਪੰਜਾਬ 'ਚ ਸ਼ਾਮਲ ਨਾ ਕੀਤੇ ਜਾਣ। ਤੇ ਦੂਜੇ ਬੰਨੇ ਖਾਸ ਕਰਕੇ ਜਿਹੜਾ ਅਕਾਲੀ ਦਲ ਆ ਉਸ ਵੇਲੇ ਦਾ, ਜਿਹੜਾ ਐਜੀਟੇਸ਼ਨ ਕਰਦਾ ਸੀਗਾ, ਉਹ ਵੀ ਸਾਰੇ ਪੰਜਾਬੀ ਬੋਲਦੇ ਇਲਾਕੇ ਲੈ ਕੇ ਰਾਜੀ ਨਹੀਂ ਸੀਗਾ। ਉਹ ਵੀ ਮੈਜੋਰਟੀ ਸਿੱਖ ਇਲਾਕੇ ਜਿਹੜੇ ਆ ਉਹਨਾਂ ਨੂੰ ਹੀ ਚਾਹੁੰਦਾ ਸੀਗਾ। ਸੋ ਇਸ ਤਰੀਕੇ ਨਾਲ ਇਹ 1966 ਦੇ ਵਿੱਚ ਭਾਵੇਂ ਲੰਗੜਾ ਬਣਿਆ, ਭਾਵੇਂ ਜਿਵੇਂ ਵੀ ਬਣਿਆ, ਭਾਸ਼ਾ ਦੇ ਆਧਾਰ ਦੇ ਉੱਤੇ ਸੂਬਾ ਬਣ ਗਿਆ। ਤੇ ਪੰਜਾਬੀ ਲਾਗੂ ਕਰਨ ਦਾ ਜਿਹੜਾ ਹੈ ਸਿਹਰਾ ਉਹ ਲਛਮਣ ਸਿੰਘ ਗਿੱਲ ਹੋਰਾਂ ਨੂੰ ਜਾਂਦਾ ਆ।
ਜਿਹੜੇ 1967 ਦੇ ਵਿੱਚ ਚੁਣੇ ਗਏ ਸੀਗੇ ਤੇ ਉਹਨਾਂ ਨੇ ਜਨਤਾ ਪਾਰਟੀ ਬਣਾ ਕੇ ਵੱਖਰੀ ਗਵਰਨਮੈਂਟ ਬਣਾ ਲਈ, ਵੱਖਰੀ ਪਾਰਟੀ ਬਣਾ ਲਈ ਸੀਗੀ ਤੇ ਮੁੜ ਕੇ ਇਸ ਪਾਰਟੀ ਦੀ ਸਰਕਾਰ ਬਣਾ ਲਈ ਸੀਗੀ। ਉਹਨਾਂ ਨੇ ਫਿਰ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਕਰਨ ਦਾ ਜਿਹੜਾ ਕਾਨੂੰਨ ਆ ਉਹ ਪਾਸ ਕੀਤਾ ਸੀਗਾ। ਸੋ ਇਸ ਤਰੀਕੇ ਨਾਲ ਇਹ ਸਾਡੇ ਪੰਜਾਬੀਆਂ ਲਈ ਇੱਕ ਜਿਹੜੀ ਜਿੱਤ ਦਾ ਵੀ ਚਿੰਨ੍ਹ ਹੈਗਾ ਕਿ ਆਖਰਕਾਰ ਭਾਵੇਂ ਕੇਂਦਰ ਸਰਕਾਰ ਤੇ ਕਾਂਗਰਸ ਸਰਕਾਰ ਹੀ, ਕਿਉਂਕਿ ਕੇਂਦਰ ਦੇ ਵਿੱਚ ਉਹਨਾਂ 'ਚ ਰਹੀ ਆ, ਉਹਦੇ ਨਾ ਚਾਹੁਣ ਦੇ ਬਾਵਜੂਦ ਵੀ ਤੇ ਵਾਅਦਾ ਖਿਲਾਫੀ ਕਰਨ ਦੇ ਬਾਵਜੂਦ ਵੀ ਇਹ ਸੂਬਾ ਜਿਹੜਾ ਹੈ ਇਹ 1 ਨਵੰਬਰ 1966 ਨੂੰ ਹੋਂਦ ਦੇ ਵਿੱਚ ਆ ਗਿਆ। ਤੇ ਇਹ ਇਸੇ ਹੀ ਕਰਕੇ ਮਤਲਬ ਇਹ ਜਿਹੜਾ ਹੈ ਜੀ ਪੰਜਾਬ ਡੇ ਵੀ ਇਹਨੂੰ ਕਿਹਾ ਜਾਂਦਾ। ਫਿਰ ਪੰਜਾਬੀ ਭਾਸ਼ਾ ਦਾ ਹਫਤਾ ਜਿਹੜਾ ਕਈ ਸਾਲਾਂ ਤੋਂ 1 ਨਵੰਬਰ ਤੋਂ ਲੈ ਕੇ 7 ਨਵੰਬਰ ਤੱਕ ਮਨਾਇਆ ਜਾਂਦਾ। ਸੋ ਇਸ ਪੱਖੋਂ ਇਹ ਪੰਜਾਬੀਆਂ ਦੀ, ਪੰਜਾਬੀ ਪਿਆਰਿਆਂ ਦੀ ਇੱਕ ਪ੍ਰਾਪਤੀ ਆ ਜੀ। ਜੀ ਪ੍ਰੋਫੈਸਰ ਸਾਹਿਬ, ਜੇ ਆਪਾਂ ਹੁਣ ਗੱਲ ਛੇੜੀ ਆ ਪੰਜਾਬ ਦੀ ਇਸ ਸਿਆਸਤ ਦੇ ਉੱਤੇ ਕਿ ਦੋ ਤਰ੍ਹਾਂ ਦੀ ਸਿਆਸਤ ਚੱਲਦੀ ਸੀ। ਇੱਕ ਤੇ ਕੇਂਦਰ ਦੇ ਹੁਕਮਰਾਨ ਚਾਹੁੰਦੇ ਸੀਗੇ ਕਿ ਪੰਜਾਬ ਨੂੰ ਸਾਰੇ ਪੰਜਾਬੀ ਬੋਲਦੇ ਇਲਾਕੇ ਨਾ ਦਿੱਤੇ ਜਾਣ ਤਾਂ ਕਿ ਬਹੁਤ ਤਾਕਤਵਰ ਵਾਂਗੂ ਬਣ ਕੇ ਨਾ ਸਾਹਮਣੇ ਰਹਿ ਸਕੇ, ਤੇ ਦੂਜੇ ਪਾਸੇ ਖੁਦ ਪੰਜਾਬੀ ਸੂਬਾ ਮੰਗਣ ਵਾਲੇ ਪਾਰਟੀ ਜਿਹੜੀ ਸਿੱਖ ਪੋਲਿਟਿਕਸ ਖੇਡਣਾ ਚਾਹੁੰਦੀ ਸੀ, ਪੰਥ ਦੇ ਨਾਂ ਤੇ ਵੋਟਾਂ ਲੈਣੀ ਚਾਹੁੰਦੀ ਸੀ, ਉਹਨਾਂ ਨੂੰ ਵੀ ਲੱਗਦਾ ਸੀ ਕਿ ਜੇ ਇਲਾਕੇ ਖੇਤਰ ਨੂੰ ਆਪਾਂ ਵੱਡਾ ਰੱਖਿਆ ਤੇ ਸਾਡੀ ਜਿਹੜੀ ਸਿੱਖ ਗਿਣਤੀ ਆ ਉਹ ਘਟ ਜਾਏਗੀ ਤੇ ਸਾਨੂੰ ਵੋਟਾਂ ਨਹੀਂ ਮਿਲਣਗੀਆਂ ਤੇ ਸਾਡਾ ਰਾਜ ਨਹੀਂ ਆ ਸਕੇਗਾ। ਸੋ ਇਹ ਜਿਹੜੀ ਸਿਆਸਤ ਸੀ ਜਿਹਨੇ ਜਾਤੀਵਾਦ ਨੂੰ, ਧਰਮ ਨੂੰ ਪਹਿਲ ਦਿੱਤੀ ਤੇ ਦੂਜੇ ਪਾਸੇ ਖੇਤਰ ਦੇ ਉੱਤੇ ਸਮਝੌਤਾ ਕਰ ਲਿਆ ਕਿਤੇ ਨਾ ਕਿਤੇ। ਬਾਅਦ 'ਚ ਬੇਸ਼ੱਕ ਲੜਾਈਆਂ ਕਰਦੇ ਰਹੇ ਕਿ ਫਾਜ਼ਿਲਕਾ ਬੋਰ ਵਾਪਸ ਨਾ ਦਿਓ ਸਾਨੂੰ, ਫਲਾਣਾ ਦਿਓ, ਇਹ ਕਰੋ। ਕੰਦੂ ਖੇੜਾ ਦੀ ਲੜਾਈ ਅਸੀਂ ਆਪਣੇ ਸਮਿਆਂ 'ਚ ਵੇਖਦੇ ਰਹੇ ਹਾਂ। ਪੰਜਾਬੀ ਸੂਬੇ ਵਾਲਾ ਤੇ ਸਾਨੂੰ ਕੋਈ ਬਹੁਤੀ ਉਦੋਂ ਹੋਸ਼ ਨਹੀਂ, ਪਰ ਇਤਿਹਾਸ ਜਦੋਂ ਪੜ੍ਹਦੇ ਹਾਂ ਤੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਇਹ ਬਹੁਤੀ ਮਾਣ ਕਰਨ ਵਾਲੀ ਗੱਲ ਘੱਟ ਹੈ ਤੇ ਦੁਖਦਾਈ ਪਹਿਲੂ ਇਹਦਾ ਜ਼ਿਆਦਾ ਆ। ਮੈਂ ਤਾਂ ਇਹ ਮਹਿਸੂਸ ਕਰਦਾ, ਅੱਗੇ ਵੀ ਗੱਲ ਹੁੰਦੀ ਰਹਿੰਦੀ ਆ ਕਿ ਜਿਹੜੇ ਲੋਕ, ਤੁਸੀਂ ਕਮਿਊਨਿਸਟਾਂ ਦਾ ਵੀ ਜ਼ਿਕਰ ਕੀਤਾ ਕਿ ਉਹ ਵੀ ਇਸ ਐਜੀਟੇਸ਼ਨ 'ਚ ਸ਼ਾਮਲ ਸੀਗੇ, ਤੇ ਕਿਉਂਕਿ ਅਕਾਲੀਆਂ ਦਾ ਸੌੜੇ ਸਿਆਸੀ ਹਿੱਤ ਸੀ ਤੇ ਕਮਿਊਨਿਸਟ ਘੱਟੋ ਘੱਟ ਇੱਦਾਂ ਨਹੀਂ ਸੋਚਦੇ ਹੋਣਗੇ। ਫਿਰ ਕੀ ਵਜ੍ਹਾ ਬਣੀਆਂ ਕਿ ਇਸ ਤਰ੍ਹਾਂ ਦਾ ਲੰਗੜਾ ਲੂਲਾ ਜਿਹੜਾ ਸਾਨੂੰ ਸਟੇਟ ਬਣਾ ਕੇ ਦੇ ਦਿੱਤੀ ਗਈ, ਉਹਨੂੰ ਅਸੀਂ ਪ੍ਰਵਾਨ ਕਰ ਲਿਆ ਤੇ ਉਹਦੇ ਰਿਜ਼ਲਟ ਅਸੀਂ ਅੱਜ ਵੀ ਭੁਗਤ ਰਹੇ ਹਾਂ। ਕਹਿਣ ਨੂੰ ਅਸੀਂ ਕਹਿ ਲਈਏ ਕਿ ਮਾਂ ਬੋਲੀ ਦੀ ਕਰ ਸਤਿਕਾਰ ਕੀਤਾ, ਮਾਂ ਬੋਲੀ ਕਰਕੇ ਕੀਤਾ, ਮਾਂ ਬੋਲੀ ਤੇ ਹੁਣ ਵੀ ਕਿਤੇ ਨਹੀਂ ਲੱਭਦੀ। ਪਰ ਜਿਹੜੀਆਂ ਹੁਣ ਸਾਡੀਆਂ 40-50 ਤੋਂ 13 ਦੇ ਉੱਤੇ ਪਹੁੰਚ ਗਈਆਂ ਸੀਟਾਂ ਨੇ, ਉਹਦੇ ਕਰਕੇ ਅੱਜ ਵੀ ਸਾਡੇ ਭੈਣ ਭਰਾ ਸੜਕਾਂ ਤੇ ਰੁਲ ਰਹੇ ਆ। ਜੇ ਅੱਜ ਅਸੀਂ ਫਰੀਦਾਬਾਦ ਤੱਕ ਹੁੰਦੇ ਫੈਲੇ ਹੋਏ ਤੇ ਹਰਿਆਣੇ ਵਾਲੀਆਂ, ਹਿਮਾਚਲ ਵਾਲੀਆਂ ਤੇ ਪੰਜਾਬ ਵਾਲੀਆਂ ਸੀਟਾਂ ਸਾਡੇ ਕੋਲ ਹੁੰਦੀਆਂ ਤੇ ਅੱਜ ਕੇਂਦਰ ਦੀ ਸਰਕਾਰ ਜਿੱਦਾਂ ਯੂਪੀ ਤੇ ਬਿਹਾਰੀਆਂ ਦੇ ਅੱਗੇ ਨਕਮਸਤਕ ਹੁੰਦੀ ਆ, ਸਾਡਾ ਵੀ ਉਹ ਪਾਣੀ ਭਰਦੀ। ਕਿਤੇ ਨਾ ਕਿਤੇ ਲੱਗਦਾ ਹੈ ਕਿ ਪੰਜਾਬ ਦੇ ਰਾਜਨੀਤੀਵਾਨਾਂ ਨੇ ਘੱਟ ਰਾਜਸੀ ਸੂਝ ਤੋਂ ਇਹ ਕੰਮ ਲਿਆ ਤੇ ਆਪਣਾ ਸ਼ਾਰਟਕਟ ਜ਼ਿਆਦਾ ਮਾਰਿਆ। ਮੈਂ ਇਸ਼ਾਰਾ ਕੀਤਾ ਹੈ ਜੀ ਪਹਿਲਾਂ ਜਿਹੜੀ ਗੱਲ ਕੀਤੀ ਆ ਉਹਦੇ ਵਿੱਚ ਕਿ ਜਿਹੜੀ ਇਹ ਚਾਲ ਸੀਗੀ ਕਿ ਪੰਜਾਬੀ ਬੋਲਦੇ ਇਲਾਕੇ ਜੇ ਪੰਜਾਬ 'ਚ ਸ਼ਾਮਲ ਕੀਤੇ ਜਾਂਦੇ ਆ ਤਾਂ ਵਾਕਿਆ ਹੀ ਇਹ ਇੱਕ ਤਾਕਤਵਰ ਸੂਬਾ ਬਣਦਾ ਹੈਗਾ। ਤੇ ਇੱਧਰ ਜਿਹੜੇ ਅਗਵਾਈ ਕਰਦੇ ਸੀਗੇ ਪੰਜਾਬੀ ਸੂਬਾ ਮੰਗਣ ਵਾਲੇ, ਉਹਨਾਂ ਦਾ ਵੀ ਇੱਕ ਸੌੜਾ ਹਿੱਤ ਬਣ ਗਿਆ ਕਿ ਉਹਨਾਂ ਨੇ ਇਹ ਸੋਚਿਆ ਵੀ ਜੇ ਸੱਚੀ ਮੁੱਚੀ ਪੰਜਾਬੀ ਸੂਬਾ ਬਣ ਗਿਆ ਤੇ ਇਹਦੇ ਵਿੱਚ ਫਿਰ ਸਾਡੀ ਜਿਹੜੀ ਧਰਮ ਆਧਾਰਿਤ ਰਾਜਨੀਤੀ ਆ ਇਹ ਨਹੀਂ ਚੱਲਣੀ, ਮਤਲਬ ਇਹਦੇ 'ਚ ਸਾਨੂੰ ਮੈਜੋਰਟੀ ਨਹੀਂ ਮਿਲ ਸਕਣੀ। ਸੋ ਉਹਨਾਂ ਨੇ ਦੋਨਾਂ ਤਰੀਕਿਆਂ ਨਾਲ ਹੀ, ਦੋਨਾਂ ਸਿਆਸਤਾਂ ਨੇ ਹੀ ਪੰਜਾਬ ਦਾ ਨੁਕਸਾਨ ਕੀਤਾ ਆ। ਜਿਹੜੀ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੇਂਦਰ ਦੀ ਸਿਆਸਤ ਸੀਗੀ ਉਹਨੇ ਵੀ ਕਮਜ਼ੋਰ ਕੀਤਾ ਔਰ ਉਹਨੇ ਵੀ ਪੰਜਾਬ ਨਾਲ ਇੱਕ ਤਰੀਕੇ ਨਾਲ ਦਗਾ ਕੀਤਾ ਹੈਗਾ। ਔਰ ਉਸ ਤੋਂ ਵੀ ਗਾਂਹ ਜਿਹੜੀ ਪਾਰਟੀ ਪੰਜਾਬੀ ਸੂਬੇ ਦੀ ਅਲੰਬਰਦਾਰ ਸੀਗੀ ਉਹਨਾਂ ਨੇ ਇਸ ਤਰੀਕੇ ਨਾਲ ਦਗਾ ਕੀਤਾ ਕਿ ਉਹਨਾਂ ਨੇ ਇਹਨੂੰ ਇੱਕ ਭਾਸ਼ਾ ਦੇ ਆਧਾਰ ਤੇ ਸੂਬਾ ਬਣਾਉਣ ਦੀ ਬਜਾਏ ਇੱਕ ਮੈਜੋਰਟੀ ਧਰਮ ਦਾ ਸੂਬਾ ਬਣਾਉਣ ਨੂੰ ਪਹਿਲ ਦਿੱਤੀ ਕਿ ਤਾਂ ਕਿ ਇੱਥੇ ਸਾਡੀਆਂ ਸਰਕਾਰਾਂ ਬਣਦੀਆਂ ਰਹਿਣ। ਔਰ ਇਹ ਵਾਕਿਆ ਠੀਕ ਆ ਕਿ ਇਹਦੇ ਵਿੱਚ ਇਹਦਾ ਕਾਰਨ ਅਸਲ ਦੇ ਵਿੱਚ ਇਹ ਸੀਗਾ ਕਿ ਜਿਹੜੀ 1961 ਦੀ ਮਰਦਮਸ਼ੁਮਾਰੀ ਹੋਈ ਸੀਗੀ
ਉਹਦੇ ਵਿੱਚ ਪੰਜਾਬ ਦੇ ਹਿੰਦੂ ਭਰਾਵਾਂ ਕੋਲੋਂ ਇੱਕ ਬਹੁਤ ਵੱਡੀ ਗਲਤੀ ਹੋਈ, ਗਲਤੀ ਕਰਾਈ ਗਈ, ਇੱਕ ਸਿਆਸਤ ਖੇਡੀ ਗਈ ਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਆਪਣੀ ਭਾਸ਼ਾ ਜਿਹੜੀ ਹੈਗੀ ਆ ਉਹ ਪੰਜਾਬੀ ਨਹੀਂ ਲਿਖਾਉਣੀ, ਪੰਜਾਬੀ ਬੋਲਦੇ ਇਲਾਕੇ ਜਿਹੜੇ ਆ ਉਹਨਾਂ ਦੀ ਕਿਤੇ ਜ਼ਿਆਦਾ ਗਿਣਤੀ ਨਾ ਹੋ ਜਾਵੇ। ਤੇ ਇਹ ਵੀ ਦੱਸਦੇ ਆ ਵੀ ਜਦੋਂ ਮਰਦਮਸ਼ੁਮਾਰੀ ਕਰਨ ਜਾਂਦੇ ਸੀਗੇ ਤੇ ਉਹ ਜਦੋਂ ਭਾਸ਼ਾ ਵਾਲਾ ਖਾਨਾ ਪੁੱਛਦੇ ਸੀਗੇ ਤੇ ਉਹ ਬੋਲਦੇ ਤਾਂ ਪੰਜਾਬੀ ਸੀਗੇ ਤੇ ਕਹਿੰਦੇ ਪਰ ਇਹਦੇ 'ਚ ਨਾ ਹਿੰਦੀ ਲਿਖ ਲਓ। ਮਤਲਬ ਇਸ ਕਿਸਮ ਦਾ ਵੀ ਮਜ਼ਾਕ ਜਿਹੜਾ ਉਹ ਹੋਇਆ ਸੀਗਾ। ਸੋ ਉਹ ਪੁਰਾਣੀਆਂ ਗੱਲਾਂ ਬਹੁਤ ਦੁਖਦਾਈ ਨੇ, ਜਿਨ੍ਹਾਂ ਕਰਕੇ ਇਹ ਘਾਟੇ ਜਿਹੜੇ ਉਹ ਪਏ ਆ। ਤੇ ਅੱਜ ਵੀ ਪੰਜਾਬੀ ਨੂੰ ਬਣਦਾ ਸਥਾਨ ਜਿਹੜਾ ਹੈਗਾ ਉਹ ਤਾਂ ਦੇਣਾ ਕੀ ਆ ਬਈ ਜਿਹੜਾ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਆ, ਉਹਨਾਂ ਨੇ ਇਹਨੂੰ ਮੁੱਖ ਵਿਸ਼ੇ ਵਿੱਚੋਂ ਕੱਢ ਕੇ ਗੌਣ ਵਿਸ਼ੇ ਵਿੱਚ ਪਾਤਾ ਹੈਗਾ। ਔਰ ਇਹਦੇ ਲਈ ਜ਼ਬਾਨੀ ਜਮ੍ਹਾਂ ਖਰਚ ਕਰਨ ਵਾਲੀ ਗੱਲ ਤਾਂ ਭਾਵੇਂ ਕੀਤੀ ਹੋਵੇ, ਪਰ ਕਿਸੇ ਵੀ ਪੰਜਾਬ ਦੀ ਪੋਲੀਟੀਕਲ ਪਾਰਟੀ ਨੇ ਇਹਨੇ ਜ਼ੋਰ ਨਾਲ ਇਹ ਆਵਾਜ਼ ਨਹੀਂ ਉਠਾਈ ਜਿੱਦਾਂ ਉਠਾਉਣੀ ਚਾਹੀਦੀ ਸੀਗੀ। ਕਿਉਂਕਿ ਜੇ ਇਹ ਜ਼ਿਆਦਤੀ ਪੰਜਾਬੀ ਭਾਸ਼ਾ ਨਾਲ ਹੋਈ ਆ ਤਾਂ ਇਹ ਭਾਰਤ ਦੀਆਂ ਸਾਰੀਆਂ ਹੀ 15-16 ਜਿਹੜੀਆਂ ਨੈਸ਼ਨਲ ਲੈਂਗੁਏਜਸ ਨੇ, ਬਹੁਤੇ ਲੋਕਾਂ ਨੂੰ ਇਹ ਭੁਲੇਖਾ ਆ ਕਿ ਹਿੰਦੀ ਜਿਹੜੀ ਆ ਉਹ ਨੈਸ਼ਨਲ ਲੈਂਗੁਏਜ ਆ। ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਭਈ ਜਿਨ੍ਹਾਂ ਜਿਹੜੀਆਂ ਖੇਤਰੀ ਭਾਸ਼ਾਵਾਂ ਨੇ ਉਹਨਾਂ ਨੂੰ ਭਾਰਤ ਦੇ ਸੰਵਿਧਾਨ 'ਚ ਮਾਨਤਾ ਪ੍ਰਾਪਤ ਹੈ, ਉਹ ਸਾਰੀਆਂ ਦੀਆਂ ਸਾਰੀਆਂ ਨੈਸ਼ਨਲ ਲੈਂਗੁਏਜ ਦਾ ਸਟੇਟਸ ਰੱਖਦੀਆਂ ਆ, ਜਿਨ੍ਹਾਂ ਵਿੱਚ ਪੰਜਾਬੀ ਵੀ ਆ, ਮਰਾਠੀ ਵੀ ਆ, ਬੰਗਾਲੀ ਵੀ ਆ, ਗੁਜਰਾਤੀ ਵੀ ਆ, ਮਲਿਆਲਮ ਵੀ ਆ, ਤਾਮਿਲਨੀ ਵੀ ਆ, ਤੇਲਗੂ ਵੀ ਆ, ਕੰਨੜ ਵੀ ਆ। ਇਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਤੋਂ ਚਾਹੀਦਾ ਤਾਂ ਇਹ ਸੀਗਾ ਹੁਣ ਅੱਜ ਦੇ ਦਿਨ ਦੇ ਵਿੱਚ ਕਿ ਜਦੋਂ ਜਿਹੜਾ ਕੇਂਦਰੀ ਬੋਰਡ ਹੈਗਾ ਉਹ ਜ਼ਿਆਦਤੀ ਕਰ ਰਿਹਾ ਆ ਜਾਂ ਕੇਂਦਰ ਜ਼ਿਆਦਤੀ ਕਰ ਰਿਹਾ, ਤਾਂ ਪੰਜਾਬ ਦੇ ਜਿਹੜੇ ਪੋਲੀਟੀਕਲ ਆਗੂ ਆ, ਪੰਜਾਬ ਸਰਕਾਰ ਆ ਜਿਹੜੀ, ਇਹ ਸਾਰੇ ਖੇਤਰੀ ਭਾਸ਼ਾਵਾਂ ਵਾਲੇ ਜਿਹੜੇ ਸੂਬੇ ਆ ਉਹਨਾਂ ਨਾਲ ਮਸ਼ਵਰਾ ਕਰਕੇ ਤੇ ਇਸ ਤਰੀਕੇ ਨਾਲ ਇਹਨੂੰ ਅੱਗੇ ਲੈ ਕੇ ਆਉਂਦੇ ਬਈ ਜਿਹੜੀ ਇਹ ਖੇਤਰੀ ਭਾਸ਼ਾਵਾਂ ਨਾਲ ਜ਼ਿਆਦਤੀ ਕੀਤੀ ਜਾਂਦੀ ਆ। ਜਿੱਦਾਂ ਅਕਾਲੀ ਗਲਤੀ ਕਰਦੇ ਰਹੇ ਨਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਜਿਹੜੇ ਆ ਉਹ ਇਕੱਲੇ ਪੰਜਾਬ ਨੂੰ ਨਹੀਂ ਚਾਹੀਦੇ, ਉਹ ਬਾਕੀ ਸੂਬਿਆਂ ਨੂੰ ਵੀ ਚਾਹੀਦੇ ਆ। ਤੇ ਜੇ ਇਹ ਜ਼ਿਆਦਤੀ ਪੰਜਾਬੀ ਭਾਸ਼ਾ ਨਾਲ ਹੋਈ ਆ ਤਾਂ ਬਾਕੀ ਖੇਤਰੀ ਭਾਸ਼ਾਵਾਂ ਨਾਲ ਵੀ ਹੋਈ ਆ। ਸੋ ਇਹਨੂੰ ਇੱਕ ਵਿਸ਼ਾਲ ਪੱਧਰ ਦੇ ਉੱਤੇ ਬਰੋਡਰ ਜਿਹੜਾ ਲੈਵਲ ਹੈਗਾ ਉਹਦੇ ਉੱਤੇ ਲੜਨਾ ਬਣਦਾ ਆ। ਤੁਸੀਂ ਬਿਲਕੁਲ ਠੀਕ ਕਿਹਾ ਸੀ। ਵੈਸੇ ਜੇ ਆਪਾਂ ਉੱਦਾਂ ਕੰਪੇਅਰ ਕਰੀਏ ਕਾਲੋ ਸਾਹਿਬ, ਤੇ ਭਾਰਤ ਦੀਆਂ ਜਿਹੜੀਆਂ ਭਾਸ਼ਾਵਾਂ ਸੂਚੀ ਵਿੱਚ ਨੇ, ਜਿਨ੍ਹਾਂ ਨੂੰ ਅਸੀਂ ਕਹਿ ਰਹੇ ਸਾਰੀਆਂ ਹੀ ਨੈਸ਼ਨਲ ਭਾਸ਼ਾਵਾਂ ਨੇ, ਹਿੰਦੀ ਵੀ ਉਹਨਾਂ ਦੇ ਬਰਾਬਰ ਦੀ ਇੱਕ ਭਾਸ਼ਾ ਹੈ। ਉਹਨੂੰ ਸੰਪਰਕ ਭਾਸ਼ਾ ਜ਼ਰੂਰ ਕਿਹਾ ਜਾਂਦਾ ਹੈ ਕਿ ਬਹੁਤ ਗਿਣਤੀ ਦੇ ਲੋਕ ਹਿੰਦੀ ਭਾਸ਼ਾ ਬੋਲਣ ਕਰਕੇ ਉਹਨੂੰ ਸੰਪਰਕ ਭਾਸ਼ਾ ਦਾ ਦਰਜਾ ਜ਼ਰੂਰ ਹੈ, ਪਰ ਕੌਮੀ ਭਾਸ਼ਾ ਉਹ ਬਿਲਕੁਲ ਨਹੀਂ ਹੈ। ਨਾ ਹੀ ਕਿਸੇ ਨੇ ਅਜੇ ਤੱਕ ਕਾਨੂੰਨ 'ਚ ਤਬਦੀਲੀ ਕਰਕੇ ਉਹਨੂੰ ਕੌਮੀ ਭਾਸ਼ਾ ਦਾ ਰੁਤਬਾ ਦਿੱਤਾ ਹੈ, ਜਿਸ ਤਰ੍ਹਾਂ ਸਾਨੂੰ ਦੱਸਿਆ ਜਾਂਦਾ ਹੈ। ਪਰ ਥੋਪਿਆ ਇਹ ਜਾਂਦਾ ਹੈ ਕਿ ਹਿੰਦੀ ਸਾਡੀ ਕੌਮੀ ਭਾਸ਼ਾ ਹੈ। ਕੌਮੀ ਭਾਸ਼ਾ ਹਿੰਦੀ ਨਹੀਂ ਹੈ। ਸਾਡੀ ਕੌਮੀ ਭਾਸ਼ਾ 17, 18, 23 ਜਿੰਨੀਆਂ ਵੀ ਸੂਚੀ 'ਚ ਦਰਜ ਨੇ ਸਾਰੀਆਂ ਸਾਡੀ ਕੌਮੀ ਭਾਸ਼ਾਵਾਂ ਨੇ। ਤੇ ਹਿੰਦੀ ਇੱਕ ਸੰਪਰਕ ਭਾਸ਼ਾ ਦਾ ਇੱਕ ਰੁਤਬਾ ਜ਼ਰੂਰ ਹੈ, ਕਿਉਂਕਿ ਜ਼ਿਆਦਾ ਲੋਕ ਜਿਹੜੇ ਆ ਉਹ ਹਿੰਦੀ ਬੋਲਦੇ ਸੀਗੇ। ਇੱਕ ਤਾਂ ਇਹ ਗੱਲ ਤੁਹਾਡੇ ਨਾਲ ਜ਼ਰੂਰ ਕਰਨ ਵਾਲੀ ਸੀ। ਦੂਜੀ ਗੱਲ ਜਿਹੜੀ ਕਰਨ ਵਾਲੀ ਸੀਗੀ ਸਿਆਸਤਦਾਨਾਂ ਦੀ ਬਦਦਿਆਨਤਦਾਰੀ ਵਾਲੀ, ਕਿ ਇੰਨੀ ਡਰਾਮੇਬਾਜ਼ੀ, ਇੰਨਾ ਕੁਝ ਹੋਇਆ। ਕਿਹਾ ਜਾਂਦਾ ਹੈ ਕਿ ਉਦੋਂ ਵੀ ਅਕਾਲੀ ਦਲ ਦੀ ਲੀਡਰਸ਼ਿਪ ਸੁਹਿਰਦ ਹੱਥਾਂ 'ਚੋਂ ਖਿਸਕ ਕੇ ਤੇ ਸਾਧਾਂ ਦੇ ਹੱਥਾਂ 'ਚ ਚਲ ਗਈ। ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ ਦਾ ਸਮਾਂ ਤੇ ਸਾਨੂੰ ਯਾਦ ਨਹੀਂ ਆ, ਪਰ ਮਾਸਟਰ ਤਾਰਾ ਸਿੰਘ ਦੇ ਸਮੇਂ ਦੀਆਂ ਕੁਝ ਗੱਲਾਂ ਅੱਜ ਵੀ ਲੋਕ ਯਾਦ ਕਰਦੇ ਨੇ ਕਿ ਉਹ ਇੱਕ ਇਸ ਤਰ੍ਹਾਂ ਦਾ ਤਿਆਗਵਾਨ ਪੁਰਸ਼ ਸੀਗਾ ਕਿ ਉਹ ਸਾਰਾ ਕੁਝ ਛੱਡ ਛਡਾ ਕੇ, ਹਾਲਾਂਕਿ ਉਹ ਹਿੰਦੂ ਧਰਮ ਤੋਂ ਕਨਵਰਟ ਹੋ ਕੇ ਆਇਆ ਹੋਇਆ ਸੀ, ਬਹੁਤ ਲੰਬੀ ਉਹ ਮਤਲਬ ਸਿੱਖੀ ਉਹਨਾਂ ਦਾ ਪਰੰਪਰਾ ਨਹੀਂ ਸੀ ਪਰਿਵਾਰ ਦੀ, ਪਰ ਜਿੰਨਾ ਯੋਗਦਾਨ ਮਾਸਟਰ ਤਾਰਾ ਸਿੰਘ ਦਾ ਰਿਹਾ, ਖੜਕ ਸਿੰਘਰਾਂ ਦਾ ਰਿਹਾ, ਜਾਂ ਜਦੋਂ ਸ਼੍ਰੋਮਣੀ ਕਮੇਟੀ ਬਣੀ ਉਹਦੇ ਬਹੁਤ ਸਾਰੇ ਹੋਰ ਅਸੀਂ ਨਾਂ ਲੈ ਸਕਦੇ ਹਾਂ। ਤੇ ਪਰ ਬਾਅਦ ਦੀ ਲੀਡਰਸ਼ਿਪ ਜਦੋਂ ਉਹਨਾਂ ਨੇ ਸਾਧਾ ਸੰਤਾਂ ਨੂੰ ਅੱਗੇ ਲਾ ਕੇ, ਖਾਸ ਕਰਕੇ ਸੰਤ ਫਤਿਹ ਸਿੰਘ ਦਾ ਯੁੱਗ ਜਿਹੜਾ ਸੀਗਾ, ਉਸ ਤੋਂ ਬਾਅਦ ਮੈਂ ਲੌਂਗੋਵਾਲ ਵਾਲਾ ਵੀ ਕਹਿ ਲਵਾਂ ਤੇ ਕੋਈ ਅਤਕਥਨੀ ਨਹੀਂ ਆ, ਕਿ ਜਿਹੜੇ ਅਨਪੜ੍ਹ ਸਾਧ ਅੱਗੇ ਲਾ ਲਏ, ਜਿਨ੍ਹਾਂ ਨੂੰ ਆਪ ਨੂੰ ਨਹੀਂ ਪਤਾ ਵੀ ਕਰਨਾ ਕੀ, ਉਹਨਾਂ ਦਾ ਕੋਈ ਵਿਜ਼ਨ ਨਹੀਂ ਆ, ਉਹਨਾਂ ਨੂੰ ਯੂਜ਼ ਕਰਨ ਦੀ ਸਿਆਸਤ ਖੇਡੀ ਬਾਦਲ ਰਾਣੇ ਲੰਬਾ ਸਮਾਂ, ਤੇ ਉਹਦਾ ਨੁਕਸਾਨ ਪੰਜਾਬ ਨੂੰ ਬਹੁਤ ਭਾਰੀ ਕੀਮਤ ਚੁਕਾ ਕੇ
ਦੇਣਾ ਪਿਆ। ਕੈਰੋਂ ਦਾ ਜਿਹੜਾ ਮਾਂ ਪੰਜਾਬ ਦਾ ਸੰਕਲਪ ਸੀਗਾ, ਉਦੋਂ ਉਹਨੂੰ ਆਂਦੇ ਬਹੁਤ ਭੰਡਿਆ ਜਾਂਦਾ ਸੀ। ਕੈਰੋਂ ਦੇ ਖਿਲਾਫ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਨਾਅਰੇ ਗੰਦੇ ਮੰਦੇ ਵੀ ਲੱਗਦੇ ਸੀਗੇ, ਪਰ ਕੈਰੋਂ ਅਡਿੱਗ ਸੀਗਾ ਕਿ ਇਦਾਂ ਨਾ ਕਰੋ, ਬਹੁਤ ਵੱਡਾ ਨੁਕਸਾਨ ਹੋ ਜਾਣਾ। ਕਿਉਂਕਿ ਉਹ ਅਮਰੀਕਾ ਤੋਂ ਪੜ੍ਹ ਕੇ ਗਿਆ ਹੋਇਆ ਵਿਅਕਤੀ ਸੀ, ਉਹਨੂੰ ਦੁਨੀਆ ਦੀ ਲੋੜ ਸੀਗੀ। ਹੁਣ ਜੇ ਸੰਤ ਫਤਿਹ ਸਿੰਘ ਨੂੰ ਕੈਰੋਂ ਦੇ ਬਰਾਬਰ ਖੜਾ ਕਰਕੇ ਵੇਖੀਏ ਕਿ ਉਸ ਵਿਅਕਤੀ ਦਾ ਕੀ ਵਿਜ਼ਨ ਹੋਏਗਾ ਤੇ ਉਹਦੀ ਕੀ ਦੇਣ ਹੋਏਗੀ ਪੰਜਾਬ ਨੂੰ, ਠੀਕ ਹੈ ਜਿਹੜੇ ਲੋਕ ਮੰਨੀ ਜਾਂਦੇ ਮੰਨੀ ਜਾਣ, ਪਰ ਹੁਣ ਸਮਾਂ ਇੰਨੇ ਸਾਲ ਹੋ ਗਏ 66 ਤੋਂ ਬਾਅਦ, ਇਹਨਾਂ ਚੀਜ਼ਾਂ ਦਾ ਬੁੱਧੀਜੀਵੀ ਵਰਗ ਨੂੰ ਐਨਾਲਿਸਿਸ ਤੇ ਕਰਕੇ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਨਾ ਕਿ ਫਲਾਣੇ ਲੋਕ ਜਿਹੜੇ ਆ ਇਹਦੇ ਵਿੱਚ ਕਸੂਰਵਾਰ ਸੀ। ਕੱਲੀ ਇੰਦਰਾ ਗਾਂਧੀ ਨੂੰ ਹੀ ਦੋਸ਼ ਦੇਈ ਜਾਣਾ, ਜਵਾਹਰ ਲਾਲ ਨਹਿਰੂ ਨੂੰ ਦੋਸ਼ ਦੇਈ ਜਾਣਾ ਹੀ ਜਾਇਜ਼ ਨਹੀਂ ਆ। ਜਿਹੜੀ ਸਾਡੀ ਆਪਣੀ ਬੁੱਕਲ ਦੇ ਸੱਪ ਆ, ਉਹਨਾਂ ਦੀ ਗੱਲ ਪਹਿਲਾਂ ਕਰਨੀ ਚਾਹੀਦੀ ਹੈ ਸਾਨੂੰ। ਜ਼ਰੂਰ ਕਰਨੀ ਚਾਹੀਦੀ ਆ ਜੀ। ਇਹ ਸਾਰੀ ਗੱਲ ਜਿਹੜੀ ਆ ਉਹ ਘਰੋਂ ਸ਼ੁਰੂ ਹੋਣੀ ਚਾਹੀਦੀ ਆ ਕਿ ਦੁਸ਼ਮਣ ਨੇ ਤਾਂ ਦੁਸ਼ਮਣ ਵਾਲਾ ਕੰਮ ਕਰਨਾ ਹੀ ਕਰਨਾ ਆ। ਸਵਾਲ ਤਾਂ ਇਹ ਆ ਵੀ ਅਸੀਂ ਉਹਦੀ ਚਾਲ ਨੂੰ ਜਦੋਂ ਸਮਝਦੇ ਆ ਤਾਂ ਸਾਨੂੰ ਕੀ ਕਰਨਾ ਚਾਹੀਦਾ ਆ। ਤੇ ਪੰਜਾਬ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਆ, ਉਹਨਾਂ 'ਚੋਂ ਦੇਖੋ ਕਾਂਗਰਸ ਨੇ ਤਾਂ ਉਦੋਂ ਇਹ ਰੋਲ ਪਲੇ ਕੀਤਾ ਸੀਗਾ ਹਿੰਦੀ ਲਿਖਾਉਣ ਵਾਲਾ। ਮਤਲਬ ਜਿਹੜਾ ਕਰਾਚੀ ਰੈਜ਼ੋਲੂਸ਼ਨ ਸੀਗਾ 1938 ਵਾਲਾ, ਉਹਨੂੰ ਵੀ ਇੰਪਲੀਮੈਂਟ ਨਹੀਂ ਕੀਤਾ, ਔਰ ਪੈਰ ਪੈਰ ਦੇ ਉੱਤੇ ਹਰ ਗੱਲ ਦੇ ਉੱਤੇ ਮੁੱਕਰ ਕੇ ਮਤਲਬ ਕੋਈ ਗੱਲ ਜਿਹੜੀ ਆ ਉਹ ਸਿਰੇ ਨਹੀਂ ਚਾੜੀ। ਬਾਕੀ ਜਿਹੜੀ ਹੁਣ ਬੀਜੇਪੀ ਆ, ਜਿਹੜੀ ਉਦੋਂ ਜਨਸੰਘ ਹੁੰਦੀ ਸੀਗੀ, ਇਹਨਾਂ ਦਾ ਤਾਂ ਨਾਰਾ ਹੀ ਇਹ ਆ ਹਿੰਦੂ ਹਿੰਦੀ ਹਿੰਦੁਸਤਾਨ। ਸੋ ਇਹ ਤਾਂ ਪੰਜਾਬੀ ਦੇ ਖੈਰਖਾਹ ਹੋ ਹੀ ਨਹੀਂ ਸਕਦੇ। ਪੰਜਾਬੀ ਦੇ ਖੈਰਖਾਹ ਜਿਹੜੇ ਅਕਾਲੀ ਸੀਗੇ ਜਾਂ ਲੈਫਟਿਸਟ ਸੀਗੇ, ਤੇ ਉਹਨਾਂ ਦੇ ਵਿੱਚ ਵੀ ਅਕਾਲੀਆਂ ਦੀ ਤਾਕਤ ਜਿਹੜੀ ਆ ਉਹ ਜ਼ਿਆਦਾ ਸੀਗੀ। ਬਾਅਦ ਦੇ ਵਿੱਚ ਜਦੋਂ ਸਰਕਾਰਾਂ ਬਣਦੀਆਂ ਰਹੀਆਂ, ਤਾਂ ਜਦੋਂ ਤਾਂ ਅਕਾਲੀ ਦਲ ਆਪੋਜੀਸ਼ਨ 'ਚ ਹੋਵੇ, ਫਿਰ ਤਾਂ ਚੰਡੀਗੜ੍ਹ ਦਾ ਵੀ ਮਸਲਾ, ਪਾਣੀਆਂ ਦਾ ਵੀ ਮਸਲਾ, ਭਾਸ਼ਾ ਦਾ ਵੀ ਮਸਲਾ, ਤੇ ਜਦੋਂ ਆਪਣੀ ਗੌਰਮੈਂਟ ਬਣ ਜਾਵੇ ਫਿਰ ਉਹਨਾਂ ਦੀ ਝੋਲੀ 'ਚ ਜਾ ਪੈਣਾ ਜਾਂ ਉਹਨਾਂ ਨਾਲ 9 ਮਾਸ ਦਾ ਰਿਸ਼ਤਾ ਪੇਸ਼ ਕਰਨਾ। ਜਿਹੜੇ ਅਸੂਲੀ ਤੌਰ ਦੇ ਉੱਤੇ ਜਿਨ੍ਹਾਂ ਦਾ ਅਕਾਲੀ ਦਲ ਦੀ ਜਿਹੜੀ ਸਿਆਸਤ ਆ ਜਾਂ ਅਕਾਲੀ ਦਲ ਦਾ ਏਜੰਡਾ ਹੁੰਦਾ ਸੀਗਾ, ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਸੋ ਇਹ ਤੁਹਾਡੀ ਗੱਲ ਠੀਕ ਆ ਭਈ ਆਪਣੀ ਪੀੜ੍ਹੀ ਥੱਲੇ ਵੀ ਜ਼ਰੂਰ ਸੋਟਾ ਫੇਰਨਾ ਚਾਹੀਦਾ, ਔਰ ਜਿਹੜੀਆਂ ਧਿਰਾਂ ਜ਼ਿੰਮੇਵਾਰ ਨੇ ਉਹਨਾਂ ਦੀਆਂ ਗੱਲਾਂ ਜਿਹੜੀਆਂ, ਉਹਨਾਂ ਦੀਆਂ ਗਲਤੀਆਂ ਜਿਹੜੀਆਂ, ਉਹਨਾਂ ਦਾ ਜਿਹੜਾ ਖਮਿਆਜਾ ਪੰਜਾਬੀਆਂ ਨੂੰ ਭੁਗਤਣਾ ਪਿਆ, ਉਹਦੀ ਗੱਲ ਵੀ ਜ਼ਰੂਰ ਕਰਨੀ ਚਾਹੀਦੀ ਆ ਜੀ। ਜੀ ਅੱਛਾ, ਲਹਿਰਾਂ ਜਿਹੜੀਆਂ ਹੁੰਦੀਆਂ ਨਾ ਪ੍ਰੋਫੈਸਰ ਸਾਹਿਬ, ਜਿੱਦਾਂ ਤੁਸੀਂ ਰੋਜ਼ ਕਹਿੰਦੇ ਹੋ, ਹੋਰ ਵੀ ਜਿਹੜੇ ਤੁਹਾਡੇ ਵਰਗੇ ਵਿਦਵਾਨ ਲੋਕ ਨੇ ਉਹ ਕਹਿੰਦੇ ਨੇ ਕਿ ਜਿੱਦਾਂ ਹੁਣ ਕਿਸਾਨ ਮੂਵਮੈਂਟ ਚੱਲੀ ਆ, ਕਿਸਾਨ ਅੰਦੋਲਨ ਹੈ ਜਿਹੜਾ, ਇਹਨੇ ਕਿਤੇ ਨਾ ਕਿਤੇ ਭਾਈਚਾਰਕ ਏਕਤਾ ਜਿਹੜੀ ਆ ਉਹ ਬੜੀ ਪੈਦਾ ਕਰ ਦਿੱਤੀ ਹੈ ਸਾਡੇ ਲੋਕਾਂ ਦੇ ਵਿੱਚ। ਉਹ ਹਰਿਆਣੇ ਦੇ ਲੋਕ ਜਿਨ੍ਹਾਂ ਨੂੰ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾਂਦਾ ਸੀ, ਅੱਜ ਉਹ ਕਹਿੰਦੇ ਆ ਕਿ ਪੰਜਾਬੀ ਸਾਡੇ ਵੱਡੇ ਭਰਾ ਨੇ ਤੇ ਅਸੀਂ ਇਹਨਾਂ ਲਈ ਜਾਨ ਹਾਜ਼ਰ ਕਰਾਂਗੇ। ਉਹ ਕਰ ਰਹੇ ਨੇ ਲਗਾਤਾਰ। ਜਿੰਨਾ ਹਰਿਆਣੇ ਦੇ ਲੋਕਾਂ ਨੇ ਸਹਿਯੋਗ ਦਿੱਤਾ, ਜਿੰਨਾ ਪਿਆਰ ਦਿੱਤਾ, ਜਿਸ ਤਰੀਕੇ ਨਾਲ ਇਸ ਮੂਵਮੈਂਟ ਨੂੰ ਅੱਗੇ ਖੜਿਆ, ਉਦੋਂ ਵੀ ਜੇ ਕਿਤੇ ਨਫ਼ਰਤਾਂ ਦੀ ਜੰਗ ਨਾ ਹੁੰਦੀ, ਉਹ ਲਾਲਾ ਜਗਤ ਨਾਰਾਇਣ ਵਰਗੇ ਲੋਕ ਉਕਸਾਉਂਦੇ ਨਾ ਹਿੰਦੂ ਭਾਈਚਾਰੇ ਨੂੰ ਕਿ ਉਹ ਹਿੰਦੀ ਭਾਸ਼ਾ ਲਿਖਾਉਣ, ਤੇ ਨਾਲ ਦੀ ਨਾਲ ਸਾਡੀ ਲੀਡਰਸ਼ਿਪ ਨੂੰ ਇੰਨੀ ਸਮਝ ਹੁੰਦੀ ਕਿ ਉਹ ਕਿਤੇ ਨਾ ਕਿਤੇ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਨਾਲ ਲੈ ਕੇ ਚੱਲਣ ਦਾ ਮਾਦਾ ਰੱਖਦੇ ਹੁੰਦੇ, ਤੇ ਅੱਜ ਸਾਡਾ ਇਹ ਹਸ਼ਰ ਸ਼ਾਇਦ ਨਾ ਹੁੰਦਾ। ਦੇਖੋ ਜੀ, ਇਹ ਗੱਲ ਬਿਲਕੁਲ ਠੀਕ ਆ ਕਿ ਜਿਹੜੀ ਜਮਹੂਰੀ ਲਹਿਰ ਹੈਗੀ ਆ, ਜਿਹੜੀ ਲੋਕਾਂ ਦੀ ਲਹਿਰ ਹੈਗੀ ਆ, ਉਹਦੇ ਵਿੱਚੋਂ ਠੀਕ ਨਤੀਜੇ ਨਿਕਲਣ ਦੀ ਸੰਭਾਵਨਾ ਹੁੰਦੀ ਆ। ਜਿਵੇਂ ਹੁਣ ਕਿਸਾਨੀ ਲਹਿਰ ਦੀ ਆਪਾਂ ਗੱਲ ਕਰਦੇ ਆ ਕਿ ਇਹ ਲਹਿਰ, ਕਿਉਂਕਿ ਇਹਦਾ ਮੁੱਦਾ ਜਿਹੜਾ ਆ ਉਹ ਕਿਸਾਨੀ ਆ, ਆਰਥਿਕ ਮੁੱਦਾ ਆ, ਇਹਦਾ ਪਰਸਪੈਕਟਿਵ ਜਿਹੜਾ ਉਹ ਬਰਾਡਰ ਆ। ਇਸੇ ਕਰਕੇ ਪੰਜਾਬੀਆਂ ਦੀ, ਹਰਿਆਣਵੀਆਂ ਦੀ, ਰਾਜਸਥਾਨ ਵਾਲਿਆਂ ਦੀ, ਯੂਪੀ ਵਾਲਿਆਂ ਦੀ, ਇਹ ਇੱਕ ਮੁੱਦਾ ਜਿਹੜਾ ਹੈਗਾ ਉਹ ਠੀਕ ਮੁੱਦਾ ਆਧਾਰ ਹੋਣ ਕਰਕੇ ਤੇ ਇਹ ਪੱਖ ਜਿਹੜਾ ਉਹ ਸਾਹਮਣੇ ਆਇਆ। ਇਸ ਕਰਕੇ ਜਦੋਂ ਮੁੱਦਾ ਜਿਹੜਾ ਹੈ ਉਹ ਸਪਸ਼ਟ ਹੋਵੇ, ਜੇ ਇੱਕ ਭਾਸ਼ਾ ਦਾ ਹੀ ਮੁੱਦਾ ਰੱਖਿਆ ਜਾਂਦਾ, ਲੈਂਗੁਏਜ ਦਾ ਹੀ ਮੁੱਦਾ ਰੱਖਿਆ ਜਾਂਦਾ, ਤੇ ਨਾਲ ਦੀ ਨਾਲ ਲੀਡਰਸ਼ਿਪ ਜਿਹੜੀ ਹੈ, ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਦਾ ਵਿਜ਼ਨ ਕੋਈ ਹੁੰਦਾ, ਤਾਂ ਉਹ ਫਿਰ ਕੁਦਰਤੀ ਤੌਰ ਦੇ ਉੱਤੇ ਇੱਕ ਜਿਹੜਾ ਭਾਰਤ ਪੱਧਰ ਦਾ ਪਰਸਪੈਕਟਿਵ ਸੀਗਾ,
ਜਿਹਦੇ ਵਿੱਚ ਦੂਜੇ ਸੂਬੇ ਜਿਹੜੇ ਆ ਉਹਨਾਂ ਨੂੰ ਉਹਨਾਂ ਦਾ ਹੱਕ ਦੇ ਦਿੱਤਾ ਗਿਆ ਤੇ ਪੰਜਾਬ ਨੂੰ ਨਾ ਦਿੱਤਾ ਗਿਆ। ਜੇ ਇਸ ਪੱਖ ਤੋਂ ਗੱਲ ਕੀਤੀ ਜਾਂਦੀ, ਔਰ ਸਾਡੀ ਜਿਹੜੀ ਅਕਾਲੀ ਲੀਡਰਸ਼ਿਪ ਆ, ਅਨਫੋਰਚੂਨੇਟਲੀ ਉਹ ਨੈਸ਼ਨਲ ਲੀਡਰਸ਼ਿਪ ਨਹੀਂ ਹੈ। ਉਹ ਪੰਜਾਬ ਨੂੰ ਵੀ ਠੀਕ ਗਾਈਡ ਕਰਨ ਜੋਗੀ ਨਹੀਂ ਰਹੀ ਹੈਗੀ। ਜਿਵੇਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਕਿੱਥੇ ਤਾਂ ਇੱਕ ਜਿਹੜੇ ਸੰਤ ਸਾਧ ਜਿਹੜੇ ਹੈਗੇ ਆ ਉਹਨਾਂ ਦਾ ਪੱਧਰ ਹੈ, ਤੇ ਇੱਕ ਬੰਨੇ ਵਿਜ਼ਨ ਹੈ ਉਸ ਵਿਅਕਤੀ ਦਾ ਜਿਹੜਾ ਬਾਹਰਲੀਆਂ ਅਮਰੀਕਨ ਯੂਨੀਵਰਸਿਟੀ ਤੋਂ ਪੜ੍ਹ ਕੇ ਆਇਆ। ਔਰ ਹੁਣ ਬਹੁਤ ਸਾਰੇ ਲੋਕ ਜਿਹੜੇ ਆ ਉਹ ਮਹਿਸੂਸ ਕਰਦੇ ਆ ਕਿ ਪ੍ਰਤਾਪ ਸਿੰਘ ਕੈਰੋਂ ਦਾ ਜਿਹੜਾ ਮਹਾਂ ਪੰਜਾਬ ਦਾ ਸੰਕਲਪ ਸੀਗਾ ਉਹ ਬਿਲਕੁਲ ਠੀਕ ਸੀਗਾ, ਔਰ ਉਹਨੇ ਇਹ ਬੜੀ ਕੋਸ਼ਿਸ਼ ਕੀਤੀ ਤੇ ਪਰ ਉਹਦੀ ਗੱਲ ਜਿਹੜੀ ਨਹੀਂ ਸਿਰੇ ਚੜੀ, ਤੇ ਨਾ ਸਿਰੇ ਚੜਨ ਕਰਕੇ ਹੁਣ ਉਹਦਾ ਖਮਿਆਜਾ ਜਿਹੜਾ ਉਹ ਨਵੀਆਂ ਪੀੜ੍ਹੀਆਂ ਨੂੰ ਭੁਗਤਣਾ ਪੈ ਰਿਹਾ। ਜੀ ਅੱਛਾ ਪ੍ਰੋਫੈਸਰ ਸਾਹਿਬ, ਜੇ ਗਿਣਤੀਆਂ ਦੇ ਹਿਸਾਬ ਨਾਲ ਵੇਖੀਏ ਤੇ ਜਦੋਂ ਸਿੱਖ ਸਟੇਟ ਬਣੀ ਸੀਗੀ ਉਦੋਂ ਤੇ ਸਿੱਖ ਉਦੋਂ ਵੀ ਘੱਟ ਗਿਣਤੀ 'ਚ ਸੀਗੇ। ਬਾਅਦ 'ਚ ਚਲੋ ਸਾਡੀ ਕੁਆਲਿਟੀ ਤੇ ਉਹਨੇ ਰਹੀ, ਕੁਆਂਟੀਟੀ ਬਥੇਰੀ ਹੋ ਗਈ, ਅਸੀਂ ਵੀ ਯੋਗਦਾਨ ਬਥੇਰਾ ਪਾਇਆ ਪਾਪੂਲੇਸ਼ਨ 'ਚ, ਹੁਣ ਗਿਣਤੀ 'ਚ ਆਪਾਂ ਜ਼ਿਆਦਾ ਹੋ ਗਏ। ਤੇ ਉਦੋਂ ਨਰੋਲ ਖਾਲਸਾ ਸਰਕਾਰ ਦਾ ਬਣਨਾ, ਮੈਂ ਲੈਂਗੁਏਜ ਇਕੱਲੀ ਦੀ ਗੱਲ ਨਹੀਂ ਕਰਦਾ, ਤੇ ਇਸ ਖਿੱਤੇ ਦੇ ਵੱਡੇ ਹਿੱਸੇ ਤੇ ਇੱਕ ਮੁਲਕ, ਪੂਰਾ ਮੁਲਕ ਵਾਂਗੂ ਇੱਕ ਪੰਜਾਬ ਨੂੰ ਸਿਰਜ ਦੇਣਾ, ਕਿੱਥੇ ਦਰਾ ਖੈਬਰ ਤੋਂ ਲੈ ਕੇ ਜੇਲਮ ਤੋਂ ਪਾਰ ਤੇ ਕਿੱਥੇ ਦਿੱਲੀ ਦੀਆਂ ਸਰਹੱਦਾਂ ਤੋਂ ਪਾਰ ਤੱਕ ਅਸੀਂ ਬੈਠੇ ਹੋਏ ਸੀਗੇ। ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਕਹਿ ਲਈਏ ਕਿ ਫਲੋਰ ਨਹੀਂ ਸੀ ਹੈਗਾ ਅੱਗੇ, ਕਿਉਂਕਿ ਉਦੋਂ ਵੀ ਰਜਵਾੜਿਆਂ ਨੇ ਸੌਦੇਬਾਜ਼ੀਆਂ ਕਰ ਲਈਆਂ, ਪਟਿਆਲੇ ਨਾਭੇ ਜੀਂਦ ਵਾਲਿਆਂ ਨੇ, ਉੱਪਰ ਵਾਲਿਆਂ ਨੇ, ਸਾਰਿਆਂ ਨੇ, ਜਿਹੜੀ ਕਿਹੜੀ ਇੱਕ ਸਟੇਟ ਹੋਰ ਸੀ ਅੰਬਾਲੇ ਤੋਂ ਉੱਪਰ ਵਾਲੇ ਪਾਸੇ, ਕਲਸੀਆ ਕਿ ਕਿਸ ਤਰ੍ਹਾਂ ਦੀ ਸਟੇਟ, ਉਹਨਾਂ ਨੇ ਕਲਸੀਆ, ਹਾਂਜੀ, ਉਹਨਾਂ ਨੇ ਅੰਗਰੇਜ਼ਾਂ ਨਾਲ ਗਿਟਮਿਟ ਕਰਕੇ ਕਿ ਕਿਤੇ ਮਹਾਰਾਜਾ ਰਣਜੀਤ ਸਿੰਘ ਸਾਡੀਆਂ ਸਟੇਟਾਂ ਨੂੰ ਵੀ ਆਪਣੇ ਨਾਲ ਲੈ ਲਵੇ। ਵੇਖਿਆ ਜਾਵੇ ਤੇ ਉਹ ਇੱਕ ਪੂਰਾ ਖਿੱਤਾ ਜਿਹੜਾ ਸੀਗਾ ਦਿੱਲੀ ਤੋਂ ਵੀ ਉੱਪਰ ਤੱਕ ਦਾ, ਉਹ ਇੱਕ ਸਿੱਖ ਸਟੇਟ ਵਾਂਗੂ ਹੀ ਸੀਗਾ। ਤੇ ਸਿੱਖ ਸਟੇਟ ਦਾ ਮਤਲਬ ਇਹ ਨਹੀਂ ਕਿ ਇਕੱਲੇ ਸਿੱਖਾਂ ਦਾ ਉੱਥੇ ਬੋਲਬਾਲਾ ਸੀਗਾ, ਸਭ ਨੂੰ ਬਰਾਬਰਤਾ, ਇੱਕ ਉਹ ਲੋਕਤੰਤਰ ਜਿਹਦੇ ਲਈ ਹੀ ਅੱਜ ਵੀ ਤਰਸਦੇ ਆ। ਉਹ ਕਹਿੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਸਮਿਆਂ 'ਚ ਪੈਦਾ ਕਰਕੇ ਤਾਂ ਬੜੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ, ਕੁਝ ਸਾਖੀਆਂ ਵੀ ਬਣਾ ਲਈਆਂ ਜਾਂਦੀਆਂ ਨੇ, ਪਰ ਕੁਝ ਕੁ ਗੱਲਾਂ ਤਰਕ ਦੇ ਆਧਾਰ 'ਤੇ ਵੀ ਉਹ ਉਹਨਾਂ ਦੇ ਉੱਤੇ ਪੂਰੀਆਂ ਉਤਰਦੀਆਂ ਨੇ। ਤੇ ਹਾਲਾਂਕਿ ਉਹ ਵੀ ਬਹੁਤ ਪੜ੍ਹਿਆ ਲਿਖਿਆ ਵਿਅਕਤੀ ਨਹੀਂ ਸੀ, ਪਰ ਜਿਸ ਤਰੀਕੇ ਨਾਲ ਉਹਦਾ ਸੋਚਣ ਦਾ ਢੰਗ ਸੀਗਾ, ਜਿਸ ਤਰੀਕੇ ਨਾਲ ਉਹਨੇ ਆਪਣੀ ਵਜ਼ਾਰਤ ਦੇ ਵਿੱਚ ਬਹੁ ਗਿਣਤੀ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਸੈਟੀਸਫਾਈ ਕਰਕੇ ਰੱਖਿਆ, ਹਿੰਦੂ ਜਿਹੜੇ ਸੀਗੇ ਉਹਨਾਂ ਨੂੰ ਨਾਲ ਜੋੜ ਕੇ ਰੱਖਿਆ, ਇਹ ਵਿਜ਼ਨ ਸਾਡੀ ਇਹਨਾਂ ਅਕਾਲੀ ਸਰਕਾਰਾਂ ਕੋਲ ਕਿਉਂ ਨਹੀਂ ਹੈ? ਇਹ ਤਾਂ ਦੇਖੋ, ਜਿਹੜੇ ਰਾਜਨੀਤਿਕ ਲੋਕ ਸਾਡੇ ਪੰਜਾਬ ਦੇ ਜਾਂ ਭਾਰਤ ਦੇ ਆ, ਉਹ ਜਦੋਂ ਅੰਗਰੇਜ਼ਾਂ ਦੇ ਖਿਲਾਫ ਲੜਦੇ ਸੀਗੇ ਉਦੋਂ ਉਹਨਾਂ ਦਾ ਕਰੈਕਟਰ ਸੀਗਾ ਫਾਈਟ ਕਰਨ ਵਾਲਾ, ਤੇ ਫਾਈਟ ਦੇ ਵਿੱਚ ਫਿਰ ਵਿਜ਼ਨ ਵੀ ਬਣਦਾ ਹੈਗਾ। ਆਜ਼ਾਦੀ ਜਿਹੜਾ ਉਹ ਨਿਸ਼ਾਨਾ ਸੀਗਾ ਵੀ ਆਜ਼ਾਦੀ ਅਸੀਂ ਲੈਣੀ ਹੈਗੀ ਆ, ਅੰਗਰੇਜ਼ਾਂ ਨੂੰ ਇੱਥੋਂ ਕੱਢਣਾ ਆ। ਤੇ ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਹੁਣ ਸਾਰੀਆਂ ਪਾਰਟੀਆਂ, ਇਸ ਵੇਲੇ ਹਾਲ ਇਹ ਆ ਕਿ ਇਕੱਲਾ ਪੰਜਾਬ ਦਾ ਨਹੀਂ, ਭਾਰਤ ਦੀਆਂ ਵੀ ਜਿਹੜੀਆਂ ਰਾਜਸੀ ਪਾਰਟੀਆਂ ਆ ਉਹਨਾਂ ਚੋਂ ਬਹੁਤੀਆਂ ਵੱਡੀ ਗਿਣਤੀ ਦੇ ਵਿੱਚ ਆਪਣੇ ਆਪਣੇ ਘਰਾਣੇ ਸਥਾਪਿਤ ਕਰਨ ਦੇ ਵਿੱਚ, ਆਪਣੇ ਆਪਣੇ ਘਰਾਣਿਆਂ ਦੀ ਜਾਇਦਾਦ ਵਧਾਉਣ ਦੇ ਵਿੱਚ, ਲੁੱਟ ਖਸੁੱਟ ਕਰਨ ਦੇ ਵਿੱਚ ਮਸਰੂਫ ਹੋ ਗਈ। ਜਦੋਂ ਨਿਸ਼ਾਨਾ ਹੀ ਲੁੱਟ ਖਸੁੱਟ ਕਰਨਾ ਰਹਿ ਗਿਆ, ਆਪਣੇ ਪਰਿਵਾਰ ਨੂੰ ਪਾਲਣਾ ਰਹਿ ਗਿਆ, ਤਾਂ ਫਿਰ ਵਿਜ਼ਨ ਗਿੱਲ ਸਾਹਿਬ ਕਿੱਥੋਂ ਆਉਣਾ ਸੀਗਾ? ਸੋ ਇਹ ਘਾਟਾਂ ਜਿਹੜੀਆਂ ਹੈਗੀਆਂ ਇਹ ਲੀਡਰਸ਼ਿਪ ਦੇ ਵਿੱਚ ਇਸ ਕਰਕੇ ਰਹੀਆਂ। ਜੀ ਅੱਛਾ, ਫਿਰ ਇਸ ਤੋਂ ਬਾਅਦ ਮਤਲਬ ਜੇ ਆਪਾਂ ਈਅਰ ਬਾਈ ਈਅਰ ਗੱਲਾਂ ਕਰਦੇ ਜਾਈਏ, ਉਸ ਤੋਂ ਬਾਅਦ ਫਿਰ ਪੰਜਾਬੀ ਬੋਲਦੇ ਇਲਾਕੇ ਵਿੱਚ ਬੁਲਾਉਣ ਦੀ ਮੁਹਿੰਮ ਚੱਲੀ, ਚੰਡੀਗੜ੍ਹ ਦੀ ਚੱਲੀ, ਹਰ ਜਗ੍ਹਾ ਧੋਖੇ ਹੀ ਧੋਖੇ, ਦਗੇ ਹੀ ਦਗੇ ਅਕਾਲੀ ਲੀਡਰਸ਼ਿਪ ਵੱਲੋਂ। ਦਰਸ਼ਨ ਸਿੰਘ ਫੇਰੂਮਾਨ ਦਾ ਜ਼ਿਕਰ ਕੀਤਿਆਂ ਬਗੈਰ ਨਹੀਂ ਰਹਿ ਸਕਦੇ, ਜਿਸ ਵਿਅਕਤੀ ਨੇ, ਹਾਲਾਂਕਿ ਚੰਡੀਗੜ੍ਹ ਇੱਕ ਪੰਜਾਬ ਦੀ ਧਰਤੀ ਤੇ ਉਸਰਿਆ ਸ਼ਹਿਰ, ਸੁਪਨਿਆਂ ਦਾ ਸ਼ਹਿਰ ਕਹਿ ਲਓ, ਪੰਜਾਬੀਆਂ ਲਈ ਇੱਕ ਮਾਡਰਨ ਸਿਟੀ, ਤੇ ਉਹਨੂੰ ਕਿਸ ਤਰ੍ਹਾਂ ਖੋਇਆ ਗਿਆ, ਭਾਖੜਾ ਡੈਮ ਦੀ ਮੈਨੇਜਮੈਂਟ ਕਿੱਦਾਂ ਖੋਈ ਗਈ, ਕਿਸ ਤਰੀਕੇ ਨਾਲ ਬਾਕੀ ਪੰਜਾਬ ਨੂੰ ਵੀ ਹੌਲੀ ਹੌਲੀ ਜਿਹੜਾ ਉਹ ਕਮਜ਼ੋਰ ਕੀਤਾ। ਤੇ ਲੈਂਗੁਏਜ ਦਾ ਤੇ ਹਾਲ ਅਸੀਂ ਆਪ ਹੀ ਉਹ ਕਰ ਲਿਆ ਕਿ ਅੱਜ ਅਸੀਂ ਫੇਰ ਫੱਟੀਆਂ ਲੈ ਕੇ ਸੜਕਾਂ ਤੇ ਖਲੋਤੇ ਹਾਂ ਕਿ ਸਾਡੀ ਲੈਂਗੁਏਜ ਨੂੰ ਕਿਤੇ ਥਾਂ ਦੇ ਦਿਓ। ਸੈਂਟਰ ਵਾਲਿਆਂ ਦਾ ਕੀ ਦੇਣਾ, ਪੰਜਾਬ 'ਚ ਕਿੱਥੇ ਥਾਂ ਹੈਗਾ ਸੀਗਾ। ਲਕਸ਼ਮਣ ਸਿੰਘ ਗਿੱਲ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਦੀ 9 ਮਹੀਨਿਆਂ ਦੀ ਸਰਕਾਰ ਦਾ, ਉਹਨਾਂ ਨੇ ਕੁਝ ਇੱਕ ਗੱਲਾਂ ਚੰਗੀਆਂ ਕੀਤੀਆਂ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ।
ਤੇ ਬਾਦਲ ਜੀ ਕਿੱਥੋਂ ਅੰਗਰੇਜ਼ੀਆਂ ਪੜ੍ਹ ਕੇ ਆਏ ਸੀ ਜਾਂ ਹਿੰਦੀ ਉਰਦੂ ਪੜ੍ਹੇ ਹੋਏ ਸੀਗੇ ਕਿ ਅੱਜ ਵੀ ਉਹਨਾਂ ਦਾ ਪਰਿਵਾਰ, ਮੈਨੂੰ ਤਾਂ ਹੈਰਾਨਗੀ ਹੁੰਦੀ ਆ ਉਹ ਆਪਣੇ ਹੋਣ ਵਾਲੇ ਵਿੱਤ ਮੰਤਰੀ ਤੇ, ਜਦੋਂ ਉਹ ਬਾਰ-ਬਾਰ ਉਰਦੂ ਦੇ ਸ਼ਬਦ ਘੋਟ-ਘੋਟ ਕੇ ਬੋਲਦਾ ਹੈ ਜਿੱਦਾਂ ਉਹਦੀ ਮਾਂ ਬੋਲੀ ਉਰਦੂ ਹੁੰਦਾ, ਲਖਨਊ ਤੋਂ ਪੜ੍ਹ ਕੇ ਆਇਆ ਉਹਨੂੰ ਪੰਜਾਬੀ ਨਹੀਂ ਸਮਝ ਆਉਂਦੀ ਜਾਂ ਪੰਜਾਬੀ 'ਚ ਗੱਲ ਕਰਨੀ ਨਹੀਂ ਆਉਂਦੀ। ਉਹਦੇ ਮੂੰਹੋਂ ਕਿੰਨਾ ਕੁ ਸੋਹਣਾ ਲੱਗਦਾ ਉਰਦੂ ਬੋਲਦਾ, ਇਦਾਂ ਦੀ ਇੰਨੀ ਬਕਵਾਸਬਾਜ਼ੀ ਲੱਗਦੀ ਹੈ ਮੈਨੂੰ ਤੇ ਕੇਰ ਖਿਝ ਆਉਂਦੀ ਉਸ ਵਿਅਕਤੀ ਦੇ ਉੱਤੇ ਵੀ। ਉਰਦੂ ਵੀ ਉਹਨੂੰ ਇੰਨੀ ਨਹੀਂ ਗੀ ਆਉਂਦੀ, ਉਰਦੂ ਨਾਲੋਂ ਵੀ ਉਹ ਜ਼ਿਆਦਾ ਨਾ ਫਾਰਸੀ ਅਰਬੀ ਦੇ ਸ਼ਬਦ ਲੱਭ ਕੇ ਲਿਆਉਂਦਾ ਹੈਗਾ। ਵਿਦਵਤਾ ਦਿਖਾਉਣ ਦੀ ਇੱਕ ਗੱਲ ਹੈ ਮੈਨੂੰ ਲੱਗਦੀ, ਜਿੱਦਾਂ ਸਾਡੇ ਬਹੁਤ ਸਾਰੇ ਸਕਾਲਰ ਜਿਹੜੇ ਆ ਉਹਨਾਂ ਨੂੰ ਇਹ ਫੋਬੀਆ ਹੈਗਾ ਕਿ ਸ਼ਾਇਦ ਅਸੀਂ ਪਰਸ਼ੀਅਨ ਦੇ ਸ਼ਬਦ ਵਰਤਾਂਗੇ ਜਾਂ ਹੋਰ ਕੋਈ ਇਦਾਂ ਦੇ ਭਾਰੇ ਸ਼ਬਦ ਵਰਤਾਂਗੇ ਤੇ ਲੋਕ ਸਾਨੂੰ ਬਹੁਤ ਸਿਆਣਾ ਸਮਝਣਗੇ। ਉਹਨਾਂ ਦਾ ਹਾਲ ਤਾਂ ਫਿਰ ਇਹੀ ਹੁੰਦਾ ਨਾ ਕਿ ਕੋਈ ਜਿਹੜਾ ਬੱਚਾ ਸੀਗਾ ਮੁੰਡਾ, ਉਹ ਫਾਰਸੀ ਪੜ੍ਹ ਗਿਆ ਤੇ ਲੱਗੀ ਤੇ ਮਾਂ ਨੂੰ ਘੜੀ ਕੁ ਪਿੱਛੋਂ ਕਹੇ ਆਬ ਆਬ ਆਬ, ਤੇ ਮਾਂ ਨੂੰ ਆਪ ਦਾ ਮਹਿਨਾ ਨਹੀਂ ਆਉਂਦਾ ਤੇ ਉਹ ਮਰ ਗਿਆ। ਉਹ ਕਹਿੰਦੀ ਵੀ ਇਦਾਂ ਆਬ ਆਬ ਕਰਦਾ ਸੀ, ਉਹ ਕਹਿੰਦੇ ਵੀ ਆਬ ਦਾ ਮਤਲਬ ਪਾਣੀ ਮੰਗਦਾ ਸੀਗਾ। ਹਾਂ, ਤੇ ਉਹ ਫਿਰ ਉੱਥੋਂ ਬਣਿਆ ਹੈਗਾ ਵੀ ਆਬ ਆਬ ਕਰ ਮੋਇਓ ਬੱਚਾ, ਫਾਰਸੀਆਂ ਘਰ ਗਾਲੇ, ਜੇ ਤੂੰ ਮੰਗਦੋਂ ਪਾਣੀ ਬੱਚਾ ਮੈਂ ਭਰ ਦਿੰਦੀ ਪਿਆਲੇ। ਕੀ ਬਾਤ ਸੋ ਹੈ। ਇਹ ਜਿਹੜੀ ਗੱਲ ਹੈਗੀ ਆ ਜੀ, ਇਹ ਬਿਲਕੁਲ ਠੀਕ ਆ। ਤੇ ਇਹ ਇੱਕ ਜਿਹੜੀ ਪਹੁੰਚ ਹੈਗੀ ਆ ਤੁਹਾਡੇ ਆਪਣੇ ਇਤਿਹਾਸ ਨਾਲ, ਸੱਭਿਆਚਾਰ ਨਾਲ, ਆਪਣੀ ਭਾਸ਼ਾ ਨਾਲ, ਇਹ ਜਿਹੜੇ ਧਰਤੀ ਨਾਲ ਜੁੜੇ ਹੋਏ ਲੋਕ ਆ ਉਹਨਾਂ ਦੇ ਵਿੱਚ ਆਉਂਦੀ ਹੈਗੀ ਆ। ਤੇ ਬਾਕੀ ਜਿਹੜਾ ਉੱਪਰਲਾ ਤਬਕਾ ਆ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਉਹ ਇਹਨਾਂ ਗੱਲਾਂ ਦੇ ਵਿੱਚ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ। ਉਹਨਾਂ ਦਾ ਜਿਵੇਂ ਪਹਿਲਾਂ ਅਸੀਂ ਕੀਤਾ ਵੀ ਉਹਨਾਂ ਦਾ ਤੇ ਇਹ ਆ ਵੀ ਅਸੀਂ ਖਜ਼ਾਨਾ ਕਿੱਦਾਂ ਲੁੱਟ ਲਈਏ, ਆਪਣੇ ਘਰ ਕਿੱਦਾਂ ਭਰ ਲਈਏ, ਟੱਬਰਾਂ ਨੂੰ ਕਿੱਦਾਂ ਅਮੀਰ ਕਰ ਲਈਏ। ਸੋ ਇਹ ਆ ਜੀ। ਤੇ ਮੇਰਾ ਯਾਨੀ ਖਿਆਲ ਕਿ ਵੀ ਰਾਜ ਭਾਗ ਤੇ ਪਹਾੜਾ ਸਿੰਘ ਦੇ ਵਾਰਸ ਤੇ ਡੋਗਰਿਆਂ ਦੇ ਵਾਰਸ ਆਣ ਕੇ ਬਹਿ ਗਏ, ਜਿਨ੍ਹਾਂ ਨੇ ਜੀ ਜੀ ਪੰਜਾਬੀਆਂ ਦਾ ਘਾਣ ਕਰ ਦਿੱਤਾ। ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਆਪਣਾ ਨਹੀਂ ਹੁੰਦਾ, ਉਹ ਕਹਿੰਦੇ ਆ ਨਾ ਪੰਜਾਬੀ ਦੀ ਕਹਾਵਤ ਤੁਸੀਂ ਬੜਾ ਸੋਹਣਾ ਵੈਸੇ ਕਿਹਾ, ਉਹ ਫਾਰਸੀ ਪੜ੍ਹੇ ਬੱਚੇ ਵਾਲੀ, ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਉਹੋ ਜਿਹੀ ਹਾਲਤ ਹੋ ਜਾਂਦੀ ਹੁੰਦੀ ਹੈ ਇਹਨਾਂ ਲੋਕਾਂ ਦੀ ਫਿਰ, ਕਿ ਆਪਣਿਆਂ ਨੇ ਇਹਨਾਂ ਨੂੰ ਦਰਕਾਰ ਦੇਣਾ ਆ ਤੇ ਦੂਜਿਆਂ ਨੇ ਇਹਨਾਂ ਨੂੰ ਲਾਗੇ ਨਹੀਂ ਲਾਉਣਾ, ਤੇ ਇਹ ਜਾਇਦਾਦਾਂ ਇਹਨਾਂ ਦੇ ਨਾਲ ਨਹੀਂ ਜਾਣੀਆਂ, ਇਹ ਸਾਰਾ ਕੁਝ ਇੱਥੇ ਰੁਲ ਜਾਣਾ ਤੇ ਫਿਰ ਅਗਲੀਆਂ ਪੀੜ੍ਹੀਆਂ ਨੇ ਗੁਲਛਰੇ ਡਾ ਦੇਣੇ ਆ। ਵੇਖਿਓ ਕੀ ਇਹਨਾਂ ਦਾ ਹੁੰਦਾ ਅਸਰ। ਉਹ ਕਹਿੰਦੇ ਹੁੰਦੇ ਆ ਨਾ ਕਿ ਜਿਹੜੀ ਕੁਦਰਤ ਦਾ ਨਿਆਂ ਹੁੰਦਾ ਉਹ ਸਾਰੇ ਨਿਆਂ ਤੋਂ ਉੱਪਰ ਹੁੰਦਾ ਆ, ਤੇ ਕਦੀ ਨਾ ਕਦੀ ਉਹ ਚੀਜ਼ਾਂ ਸਭ ਜ਼ਿੰਦਗੀ 'ਚ ਹੀ ਸਾਹਮਣੇ ਆ ਜਾਂਦੀਆਂ ਨੇ। ਹੁਣ ਬਾਦਲ ਦੀ ਵੱਡੇ ਬਾਦਲ ਹੋਰਾਂ ਦੀ ਜ਼ਿੰਦਗੀ ਦੇ ਵਿੱਚ ਹੀ ਲੋਕੀ ਤੇ ਦੁਆਵਾਂ ਕਰਦੇ ਸੀ ਨਾ ਕਿ ਸੋਸ਼ਲ ਮੀਡੀਆ ਤੇ, ਕਿ ਉਹਨਾਂ ਦੀ ਚੰਗੀ ਸਿਹਤ ਰਵੇ ਤੇ ਆਪਣੀ ਅੱਖੀਂ ਵੇਖ ਕੇ ਜਾਣ ਆਪਣਾ ਹੁੰਦਾ ਅਸਰ, ਤੇ ਉਹ ਵੇਖ ਹੀ ਰਹੇ ਨੇ ਮੇਰੇ ਖਿਆਲ 'ਚ। ਠੀਕ ਹੈ ਜੀ। ਤੇ ਬਾਕੀ ਦੇਖੋ ਜਿਹੜਾ ਇਹ ਨਵੰਬਰ ਦਾ ਮਹੀਨਾ ਆ, ਇਹ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਦੁਖਦਾਈ ਆ। ਤੁਸੀਂ ਵੀ ਜਾਣਦੇ ਆ ਕਿ ਸਿੱਖ ਕਤਲੇਆਮ ਦੀ ਗੱਲ ਆਪਾਂ ਜ਼ਰੂਰ ਅੱਜ ਕਰਨੀ 31 ਚਾਹਾਂਗੇ ਉਹ ਵੀ। ਹਾਂਜੀ, ਹਾਂ 31 ਅਕਤੂਬਰ ਨੂੰ ਤੁਹਾਨੂੰ ਪਤਾ ਬਈ ਜਿਹੜੇ ਦੋ ਅੰਗ ਰੱਖਿਅਕ ਸੀਗੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ, ਉਸ ਵੇਲੇ ਦੀ ਪ੍ਰਧਾਨ ਮੰਤਰੀ ਦੇ, ਉਹਨਾਂ ਨੇ ਆਪਣਾ ਜਿਹੜਾ ਗੋਲਡਨ ਟੈਂਪਲ ਦੇ ਉੱਤੇ ਅਟੈਕ ਹੋਇਆ ਸੀਗਾ, ਔਰ ਜੋ ਉੱਥੇ ਸਿੱਖ ਜਗਤ ਦੇ ਵਿੱਚ ਰੋਸ ਦੀ ਲਹਿਰ ਸੀਗੀ, ਗੁੱਸਾ ਸੀਗਾ, ਉਹ ਗੁੱਸਾ ਉਹਨਾਂ ਨੌਜਵਾਨਾਂ 'ਚ ਵੀ ਸੀਗਾ। ਤੇ ਉਹਨਾਂ ਨੇ ਜਿਹੜੀ ਪ੍ਰਧਾਨ ਮੰਤਰੀ ਆ ਜੀ ਉਹਨੂੰ ਉਹਨਾਂ ਨੇ ਕਤਲ ਕਰ ਦਿੱਤਾ। ਤੇ ਉਸ ਤੋਂ ਗਾਂਹ ਜੋ ਹੋਇਆ ਉਹ ਮੇਰਾ ਖਿਆਲ ਕਦੀ ਕਿਤੇ ਇਤਿਹਾਸ ਵਿੱਚ ਸੁਣਿਆ ਨਹੀਂ ਹੈ। ਤੇ ਉਹਦੇ ਵਿੱਚ ਵੀ ਹੁਣ ਤੁਸੀਂ ਇਹ ਦੇਖੋ ਕਿ ਗਿਆਨੀ ਜ਼ੈਲ ਸਿੰਘ ਉਸ ਵੇਲੇ ਰਾਸ਼ਟਰਪਤੀ ਸੀਗੇ। ਉਹ ਜੋ ਮਰਜ਼ੀ ਕਹਿੰਦੇ ਰਹੇ ਜਾਂ ਜੋ ਮਰਜ਼ੀ ਇਤਿਹਾਸਕਾਰ ਹੁਣ ਕਹੀ ਜਾਣ, ਉਹ ਜੇ ਕਿਤੇ ਕਾਂਗਰਸ ਦੇ ਵਿੱਚੋਂ ਕਿਸੇ ਵੀ ਸੀਨੀਅਰ ਲੀਡਰ ਨੂੰ ਉਸ ਵੇਲੇ ਦੇ ਨੂੰ, ਜਿਹੜੀ ਕੈਬਨਿਟ ਸੀਗੀ ਉਹਦੇ ਵਿੱਚੋਂ ਹੀ ਜਿਹੜਾ ਕੋਈ ਸੀਨੀਅਰ ਮੰਤਰੀ ਸੀਗਾ, ਉਹਨੂੰ ਜੇ ਪ੍ਰਧਾਨ ਮੰਤਰੀ ਦੀ ਸਹੁੰ ਚੁਕਾਉਂਦੇ ਤਾਂ ਮੇਰਾ ਖਿਆਲ ਹੈ ਵੀ ਇਤਿਹਾਸ ਹੋਰ ਹੋਣਾ ਸੀਗਾ। ਔਰ ਰਾਜੀਵ ਗਾਂਧੀ ਪੋਲੀਟੀਕਲ ਕੋਈ ਬੰਦਾ ਨਹੀਂ ਸੀ, ਨਾ ਉਹਦੀ ਕੋਈ ਪੋਲੀਟੀਕਲ ਬੈਕਗਰਾਊਂਡ ਸੀਗੀ। ਉਹ ਤਾਂ ਆਪ ਮੰਨਦਾ ਸੀਗਾ ਕਿ ਮੈਂ ਸਿਆਸਤ 'ਚ ਨਹੀਂ ਆਉਣਾ, ਪਰ ਉਹਨੇ ਆ ਕੇ ਜਿਹੜਾ ਬਿਆਨ ਦੇ ਦਿੱਤਾ
ਬਈ ਜਦੋਂ ਇੱਕ ਵੱਡਾ ਦਰਖਤ ਡਿੱਗਦਾ ਤੇ ਧਰਤੀ ਕੰਬਦੀ ਆ, ਉਹਨੇ ਜਸਟੀਫਾਈ ਕਰ ਦਿੱਤਾ ਕਿ ਜੋ ਕਤਲੇਆਮ ਕੀਤਾ ਜਾ ਰਿਹਾ ਇਹ ਵਾਜਬ ਆ। ਔਰ ਇਹਦੇ ਨਾਲ ਨਾਲ ਇੱਕ ਗਿੱਲ ਸਾਹਿਬ ਇਹ ਵੀ ਵਿਸ਼ਵਾਸ ਕੀਤਾ ਜਾਂਦਾ ਆ ਕਿ ਇੱਕ ਥਿਊਰੀ ਇਹ ਵੀ ਹੈਗੀ ਆ ਕਿ ਜੇ ਇੰਦਰਾ ਗਾਂਧੀ ਦਾ ਕਤਲ ਨਾ ਵੀ ਹੁੰਦਾ ਤੇ ਤਾਂ ਵੀ ਸਿੱਖ ਕੌਮ ਨਾਲ, ਸਿੱਖ ਭਾਈਚਾਰੇ ਨਾਲ ਇਸ ਤਰੀਕੇ ਦਾ ਵਿਹਾਰ ਜਿਹੜਾ ਉਹ ਹੋਣਾ ਹੀ ਸੀਗਾ ਕਿ ਇੰਨੀ ਛੇਤੀ ਇੱਕ ਰਾਤ ਦੇ ਵਿੱਚ ਜਿਹੜੇ ਸਿੱਖ ਭਾਈਚਾਰੇ ਦੇ ਘਰ ਆ ਉਹ ਆਇਡੈਂਟੀਫਾਈ ਨਹੀਂ ਕੀਤੇ ਜਾ ਸਕਦੇ ਸੀਗੇ, ਔਰ ਇੱਕ ਰਾਤ ਦੇ ਵਿੱਚ ਜਿਹੜੇ ਗੁੰਡੇ ਹੈਗੇ ਆ ਉਹ ਇਸ ਤਰੀਕੇ ਨਾਲ ਜਥੇਬੰਦਕ ਨਹੀਂ ਕੀਤੇ ਜਾ ਸਕਦੇ ਸੀਗੇ। ਸੋ ਇਹਦੇ ਵਿੱਚ ਜਿੱਥੇ ਭਾਰਤ ਸਰਕਾਰ ਨੂੰ ਅਸੀਂ ਦੋਸ਼ ਦਿੰਦੇ ਆ, ਉੱਥੇ ਸਿੱਖ ਭਾਈਚਾਰੇ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਵੀ ਇਹ ਦੋਸ਼ ਬਰਾਬਰ ਜਾਂਦਾ ਆ। ਉਹ ਭਾਵੇਂ ਬੇਸ਼ੱਕ ਕਹਿੰਦਾ ਰਿਹਾ ਜਾਂ ਇਹ ਵੀ ਵਿਸ਼ਵਾਸ ਕੀਤਾ ਜਾਂਦਾ ਵੀ ਉਹਨੂੰ ਤਾਂ ਕੈਦ ਕੀਤਾ ਸੀਗਾ ਜੀ, ਉਹਦੀ ਕੋਈ ਗੱਲ ਚੱਲਦੀ ਨਹੀਂ ਸੀਗੀ, ਤੇ ਜੇ ਨਹੀਂ ਚੱਲਦੀ ਤੇ ਉਹ ਰਿਜ਼ਾਈਨ ਵੀ ਕਰ ਸਕਦਾ ਸੀਗਾ ਕਿ ਮੈਂ ਰਾਸ਼ਟਰਪਤੀ ਕਾਹਦਾ ਫਿਰ ਜੇ ਮੇਰੀ ਕੋਈ ਗੱਲ ਨਹੀਂ ਚੱਲਣੀ। ਸੋ ਉਹ ਜਿਹੜੀ ਘਟਨਾ ਵਾਪਰੀ ਆ, ਉਹ ਦੇਖੋ 37 ਸਾਲ ਹੋ ਗਏ ਇਸ ਗੱਲ ਨੂੰ, ਔਰ ਅੱਜ ਵੀ ਦੇਖੋ ਮੈਂ ਨਿੱਜੀ ਤੌਰ ਤੇ ਬੜੀ ਵਾਰੀ ਇਹ ਮਹਿਸੂਸ ਕੀਤਾ, ਕਈ ਕਾਂਗਰਸੀ ਲੀਡਰਾਂ ਨਾਲ ਵੀ ਮੇਰੀ ਗੱਲ ਹੁੰਦੀ ਰਹੀ ਭਈ ਜੇ ਉਸ ਵੇਲੇ ਜਿਹੜੇ HKL ਭਗਤ ਸੀ ਜਾਂ ਟਾਈਟਲਰ ਸੀ ਜਾਂ ਸੱਜਣ ਕੁਮਾਰ ਸੀ ਜਾਂ ਹੋਰ ਜਿਹੜੇ ਦੰਗੇ ਆਰਗੇਨਾਈਜ਼ ਕਰਦੇ ਸੀਗੇ, ਜੋ ਕਤਲੇਆਮ ਨੂੰ ਆਰਗੇਨਾਈਜ਼ ਕਰਦੇ ਸੀਗੇ, ਦੰਗੇ ਤਾਂ ਇਹਨੂੰ ਕਹਿਣਾ ਬਣਦਾ ਹੀ ਨਹੀਂਗਾ ਕਿਉਂਕਿ ਇਹ ਤਾਂ ਵਨ ਸਾਈਡਡ ਆ, ਕਤਲੇਆਮ ਆ, ਤੇ ਜੇ ਉਹਨਾਂ ਲੀਡਰਾਂ ਨੂੰ ਕੋਈ ਸਜ਼ਾ ਦੇ ਦਿੰਦੀ ਨਾ ਕਾਂਗਰਸ, ਤੇ ਫਿਰ ਵੀ ਕੁਛ ਨਾ ਕੁਛ ਲੋਕਾਂ ਦੇ ਹਿਰਦੇ ਠੰਡੇ ਹੋ ਸਕਦੇ ਸੀਗੇ। ਔਰ ਅੱਜ ਵੀ ਤੁਸੀਂ ਦੇਖੋ ਕਿ ਜਗਦੀਸ਼ ਟਾਈਟਲਰ ਜਿਹੜਾ ਹੈਗਾ ਉਹਨੂੰ ਕਾਂਗਰਸ ਪਾਰਟੀ ਦੇ ਵਿੱਚ ਅਹੁਦਾ ਦੇਤਾ ਦਿੱਲੀ ਕਾਂਗਰਸ ਕਮੇਟੀ ਦੇ ਵਿੱਚ, ਔਰ ਉਹ ਲਲਕਾਰਦਾ, ਉਹ ਕਹਿੰਦਾ ਵੀ ਦੇਖੋ ਜੀ ਮੇਰੇ ਖਿਲਾਫ ਜੋ ਦੋਸ਼ ਲੱਗੇ ਸੀਗੇ ਉਹ CBI ਜਿਹੜੀ ਆ ਉਹ ਕਲੀਅਰ ਕਰ ਚੁੱਕੀ ਆ, ਮੈਂ ਕਿਸੇ 'ਚ ਦੋਸ਼ੀ ਨਹੀਂ ਹੈਗਾ, ਤੇ ਲੀਡਰ ਮੇਰੇ ਕੋਲ ਡਰਦੇ ਆ ਤਾਂ ਕਰਕੇ ਮੈਨੂੰ ਇਦਾਂ ਦੀ ਬਦਨਾਮੀ ਦਿੰਦੇ ਆ। ਸੋ ਉਹ ਦੁਖਾਂਤ ਜਿਹੜਾ ਜੀ ਉਹ ਲੂੰ ਕੰਡੇ ਖੜੇ ਕਰਨ ਵਾਲਾ ਆ, ਔਰ ਉਹ ਇੱਕ ਭਾਰਤ ਦੇ ਇਤਿਹਾਸ ਦੇ ਵਿੱਚ ਐਸਾ ਕਾਲਾ ਦਾਗ ਆ ਜਿਹੜਾ ਸਦੀਆਂ ਤੱਕ ਮਿਟਾਉਣਾ ਮੁਸ਼ਕਲ ਆ। ਔਰ ਉਹਦੇ ਤੋਂ ਗਾਂ ਜਿਹੜਾ ਹੌਸਲਾ ਪਿਆ ਕਿ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ, ਤੇ ਹੁਣ ਵੀ ਉਸ ਪਾਸੇ ਨੂੰ ਜਿਹੜੀ ਨੀਤੀ ਉਸ ਤਰੀਕੇ ਨਾਲ ਚੱਲ ਰਹੀ ਹੈਗੀ ਆ, ਉਧਰਲੇ ਪਾਸੇ ਨੂੰ ਜਾ ਰਿਹਾ ਹੈਗਾ। ਤੇ ਜੇ ਜਦੋਂ ਕੋਈ ਇਨਸਾਫ ਕਿਸੇ ਭਾਈਚਾਰੇ ਨੂੰ, ਕਿਸੇ ਮਜ਼ਲੂਮ ਨੂੰ ਨਹੀਂ ਮਿਲਦਾ, ਤਾਂ ਉਹਦੇ ਨਾਲ ਜ਼ਾਲਮਾਂ ਦੇ ਹੌਸਲੇ ਵੱਧ ਜਾਂਦੇ ਆ, ਜਿਵੇਂ ਕਿ ਦਿੱਲੀ ਦੇ ਕਤਲੇਆਮ ਤੋਂ ਬਾਅਦ ਮੁੜ ਕੇ ਗੁਜਰਾਤ ਦਾ ਕਤਲੇਆਮ ਹੋਇਆ ਵਾ। ਇਹ ਜਿਹੜੇ ਆ ਦਿਨ ਨੇ, ਨਵੰਬਰ ਦਾ ਪਹਿਲਾ ਹਫਤਾ, ਇਹ ਬੜਾ ਦੁਖਦਾਈ ਆ। ਮੈਂ ਗਿੱਲ ਸਾਹਿਬ ਉਦੋਂ ਕਮੈਂਟਰੀ ਜਿਹੜੀ ਹੁੰਦੀ ਸੀਗੀ ਇੰਦਰਾ ਗਾਂਧੀ ਦੀ ਲਾਸ਼ ਜਿਹੜੀ ਆ ਉਹਦੇ ਤੇ ਰੱਖ ਕੇ ਉਹਨੂੰ ਬਿਲਕੁਲ ਪ੍ਰਸਾਰਿਤ ਕੀਤਾ ਜਾ ਰਿਹਾ ਸੀਗਾ, ਦੂਰਦਰਸ਼ਨ ਹੀ ਉਦੋਂ ਹੁੰਦਾ ਸੀਗਾ ਜੀ, ਤੇ ਮੈਂ ਜਿਹੜੀ ਕਮੈਂਟਰੀ ਸੁਣੀ ਆ ਉਹਦੇ ਵਿੱਚ ਕਮਲੇਸ਼ਵਰ ਸਾਡਾ ਹਿੰਦੀ ਦਾ ਨੈਸ਼ਨਲ ਪੱਧਰ ਦਾ ਲੇਖਕ ਸੀਗਾ, ਮੈਂ ਉਹਦੀ ਕਮੈਂਟਰੀ ਸੁਣ ਕੇ ਇਹ ਸੋਚ ਰਿਹਾ ਸੀਗਾ ਵੀ ਜੇ ਕੋਈ ਇਹ ਸੋਚੇ ਕਿ ਬਈ ਇੰਦਰਾ ਗਾਂਧੀ ਦੇ ਜਿਹੜੇ ਅੰਗ ਰਖਿਅਕ ਸੀਗੇ ਉਹ 2 ਜਣਿਆਂ ਨੇ ਇਹ ਕਤਲ ਕੀਤਾ ਹੈਗਾ, ਤੇ ਬਾਕੀ ਭਾਈਚਾਰਾ ਜਿਹੜਾ ਹੈਗਾ ਉਹਦਾ ਕੀ ਕਸੂਰ ਆ। ਪਰ ਜਿਹੜੀ ਉਹਨਾਂ ਦੀ ਕਮੈਂਟਰੀ ਸੀਗੀ ਉਸ ਵੇਲੇ ਕੀਤੀ ਜਾ ਰਹੀ, ਲਾਈਵ ਦੂਰਦਰਸ਼ਨ ਦੇ ਉੱਤੇ ਜਾ ਰਹੀ ਸੀਗੀ, ਉਹ ਸੁਣ ਕੇ ਹੀ ਜਿਹੜੇ ਬਹੁਤ ਲੋਕ ਆ ਉਹ ਤੈਸ਼ ਵਿੱਚ ਆਏ ਹੋਣਗੇ, ਤੇ ਮੇਰਾ ਵਿਸ਼ਵਾਸ ਹੈ ਵੀ ਬਹੁਤ ਸਾਰੇ ਜਿਹੜੇ ਕਤਲ ਹੋਏ ਆ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਕਮੈਂਟੇਟਰਾਂ ਦੇ ਸਿਰ ਤੇ ਵੀ ਆ ਜਿਹੜੇ ਉਸ ਵੇਲੇ ਕਮੈਂਟਰੀ ਕਰ ਰਹੇ ਸੀਗੇ। ਸੋ ਇਸ ਤਰੀਕੇ ਨਾਲ ਇਹ ਠੀਕ ਆ ਕਿ ਬਾਅਦ ਦੇ ਵਿੱਚ ਜਿਹੜੇ ਇਨਸਾਫ ਪਸੰਦ ਹਿੰਦੂ ਲੀਡਰ ਨਹੀਂ, ਉਹਨਾਂ ਨੂੰ ਕਹਿਣਾ ਚਾਹੀਦਾ, ਉਹ ਹਿਊਮਨ ਰਾਈਟਸ ਦੇ ਅਲੰਬਰਦਾਰ ਸੀਗੇ, ਜਿਨ੍ਹਾਂ ਦੇ ਵਿੱਚ
ਇੰਦਰ ਕੁਮਾਰ ਗੁਜਰਾਲ ਵੀ ਸੀਗੇ, VM ਤਾਰਕੁੰਡੇ ਵੀ ਸੀਗੇ, ਜਸਟਿਸ ਰਜਿੰਦਰ ਸੱਚਰ ਵੀ ਜੀ ਸੀਗੇ। ਜੀ ਇਹ ਸਾਰੇ ਜਿਹੜੇ ਆ, ਕੁਲਦੀਪ ਨਈਅਰ ਵੀ ਸੀਗੇ। ਇਹ ਮੈਂ ਜਿੰਨਾ ਕਿ ਇਹਨਾਂ ਨੂੰ ਜਾਣਦਾ ਆ, ਇਹ ਸੈਕੂਲਰ ਲੋਕ ਸੀਗੇ। ਇਹਨਾਂ ਨੂੰ ਹਿੰਦੂ ਨਹੀਂ ਅਸੀਂ ਕਹਿ ਸਕਦੇ, ਪਰ ਫਿਰ ਵੀ ਹਿੰਦੂ ਭਾਈਚਾਰੇ ਦੇ ਵਿੱਚੋਂ ਆ ਕੇ ਇਹਨਾਂ ਨੇ ਦਿੱਲੀ ਦੰਗਿਆਂ ਦੇ ਦੋਸ਼ੀ ਕੌਣ ਵਗੈਰਾ ਜਿਹੜੇ ਇਹਨਾਂ ਨੇ ਪੈਂਫਲੇਟ ਲਿਖੇ ਆ। ਜੀ ਤੇ ਇਹ ਜਿਹੜਾ ਕੰਮ ਬਕਾਇਦਾ ਹੈ ਜੀ, ਪਬਲਿਕ, ਮੇਰੇ ਖਿਆਲ ਪਬਲਿਕ ਇੱਕ ਕਿਸਮ ਦਾ ਕਮਿਸ਼ਨ ਬਿਠਾਇਆ ਗਿਆ ਸੀ ਤਾਰਕੁੰਡੇ ਹਰਾਂ ਦੇ ਥੱਲੇ, ਤੇ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਸੀ ਦੋਸ਼ੀ ਕੌਣ ਵਾਲੀ ਵੱਡੀ ਰਿਪੋਰਟ, ਉਹ ਅੱਜ ਵੀ ਮਿਲ ਜਾਂਦੀ ਆ ਸਾਨੂੰ ਕਈ ਬੁੱਕ ਸ਼ਾਪ ਤੋਂ। ਪਰ ਪ੍ਰੋਫੈਸਰ ਸਾਹਿਬ ਗੱਲ ਇਹ ਆ ਕਿ ਪੰਜਾਬੀ ਕੌਮ ਜਿਹੜੀ ਆ, ਸਾਡੇ ਵਿੱਚ ਕੋਈ ਇੰਨੀ ਵੱਡੀ ਕਮਜ਼ੋਰੀ ਆ ਗਈ ਆ ਕਿ ਅਸੀਂ ਆਪਣੀ ਆਰਥਿਕਤਾ ਨੂੰ, ਪਰਿਵਾਰਾਂ ਨੂੰ, ਜਾਂ ਜਿਹੜੇ ਸਾਡੇ ਨਿੱਜੀ ਵਿਵਾਦ ਨੇ ਉਹਨਾਂ ਨੂੰ ਇੰਨੀ ਪਹਿਲ ਦੇ ਦਿੱਤੀ ਕਿ ਸਾਡੇ ਚੋਂ ਉਹ ਸਪਿਰਿਟ ਜਿਹੜੀ ਸੀ, ਉਹ ਜਜ਼ਬਾ ਜਿਹੜਾ ਸੀਗਾ, ਜਿਹੜਾ ਬੜਾ ਵੱਡਾ ਸਿੱਖ ਕੌਮ ਵਾਸਤੇ ਕਿਹਾ ਜਾਂਦਾ, ਜਿਵੇਂ ਸਾਨੂੰ ਵਡਿਆਇਆ ਤੇ ਜਾਂਦਾ ਹੈ ਕਹਿ ਕੇ ਕਿ ਬੜੀ ਬਹਾਦਰ ਕੌਮ ਆ, ਇਹ ਤੇ ਆਪਣੇ ਬਦਲੇ ਲੈਂਦੀ ਆ, ਇਹ ਤੇ ਆਹ ਕਰਦੀ, ਬੜਾ ਕੁਝ ਕਿਹਾ ਜਾਂਦਾ ਸਾਡੇ ਬਾਰੇ। ਅਸੀਂ ਆਪ ਹੀ ਕਈ ਵਾਰ ਕਹਿ ਕੇ ਆਪੇ ਹੀ ਆਪਣੇ ਆਪ ਨੂੰ ਵੱਡਾ ਕਰੀ ਜਾਂਦੇ ਆ। ਪਰ ਜਿਸ ਤੇਜ਼ੀ ਨਾਲ ਇਹਨਾਂ ਚੀਜ਼ਾਂ ਨੂੰ ਅਸੀਂ ਭੁਲਾਇਆ, ਤੇ ਜਿੰਨੀ ਤੇਜ਼ੀ ਨਾਲ ਸਾਨੂੰ ਭੁੱਲਣ ਲਈ ਉਹਨਾਂ ਨੇ ਮਜਬੂਰ ਕੀਤਾ ਜਾਂ ਬਾਰ-ਬਾਰ ਸਾਨੂੰ ਜਿਤਾਇਆ, ਯਾਰ ਛੱਡੋ ਇਹ ਪੁਰਾਣੀ ਗੱਲ ਹੋ ਗਈ, ਇਹਨੂੰ ਭੁੱਲ ਜਾਓ। ਉਹ ਲੋਕ ਜਿਹੜੇ ਪਰਿਵਾਰ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਦੇ ਰੇਪ ਹੋਏ, ਪਰ ਘਰ ਦਾ ਇੱਕ ਵੀ ਮਰਦ ਜੀ ਨਾ ਬਚਿਆ, ਤੇ ਉਹ ਇਨਸਾਫ ਨੂੰ ਤਾਂਘਦੇ 37-38 ਸਾਲ ਜਾਨੋਂ ਕੂਚ ਕਰ ਗਏ, ਉਹਨਾਂ ਦੀ ਰੂਹ ਅਜੇ ਵੀ ਭਟਕਦੀ ਹੋਏਗੀ। ਉਹ ਕਿੱਦਾਂ ਮਾਫ ਕਰ ਦੇਣਗੇ? ਮੈਂ ਤਾਂ ਇਹੀ ਪਹਿਲਾਂ ਕਹਿ ਕੇ ਹਟਿਆ ਵਾਂ ਕਿ ਇਹ ਇੱਕ ਐਸਾ ਦਾਗ ਹੈ ਭਾਰਤ ਦੀ ਡੈਮੋਕ੍ਰੇਸੀ ਦੇ ਉੱਤੇ ਔਰ ਲੋਕ ਰਾਜ ਦੇ ਉੱਤੇ ਕਿ ਇਹ ਕਾਲਾ ਧੱਬਾ ਜਿਹੜਾ ਆ, ਇਹ ਬਹੁਤ ਲੰਮੇ ਸਮੇਂ ਤੱਕ ਮਿਟ ਨਹੀਂ ਸਕਣਾ। ਔਰ ਇਹਦੇ ਨਤੀਜੇ ਖਤਰਨਾਕ ਇਹ ਨਿਕਲਦੇ ਆ ਕਿ ਜਿਵੇਂ ਪਹਿਲਾਂ ਵੀ ਮੈਂ ਕਿਹਾ ਵੀ ਜੇ 84 ਵਾਲੇ ਜਿਹੜੇ ਕਤਲੇਆਮ ਕਰਨ ਵਾਲੇ ਸੀਗੇ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ, ਤੇ ਫਿਰ ਗੁਜਰਾਤ ਦਾ ਜਿਹੜਾ ਮੁਸਲਮਾਨਾਂ ਦਾ ਕਤਲੇਆਮ ਹੋਇਆ ਉਹ ਨਹੀਂ ਹੋਣਾ ਸੀਗਾ। ਇਹ ਹੁਣ ਮੂੰਹ ਪੈ ਗਿਆ ਜਿਹਨੂੰ ਆਪਾਂ ਕਹਿੰਦੇ ਆ ਭਈ ਹਰ ਵੇਲੇ ਇਸ ਤਰੀਕੇ ਨਾਲ ਲੋਕਾਂ ਨੂੰ ਪਾੜ ਦੋ। ਜਿਵੇਂ ਹੁਣ ਕਿਸਾਨੀ ਅੰਦੋਲਨ ਦੇ ਵਿੱਚ ਵੀ ਪਾਟਕ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਆਧਾਰ ਦੇ ਉੱਤੇ। ਤੇ ਇਹ ਜਿਹੜਾ ਪੱਤਾ ਹੈ ਜੀ, ਇਹ ਖੇਡ ਕੇ ਇੱਕ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਗਹਿਰਾ ਕਾਲਾ ਦਾਗ ਜਿਹੜਾ ਹੈਗਾ ਉਹ ਲਾਤਾ ਆ। ਉਹਦੇ ਛੇਤੀ ਮਿਟਣ ਦੇ ਕੋਈ ਅਜੇ ਅਸਾਰ ਨਹੀਂ ਲੱਗਦੇ। ਕਿਉਂਕਿ ਮੈਂ ਹੁਣ ਇੱਕ ਹਿਸਟੋਰੀਕਲ ਗੱਲ ਹੋ ਗਈ, ਪਰ ਮੈਂ ਕਾਹਲੋਂ ਸਾਹਿਬ ਦੂਜਾ ਪੱਖ ਦਾ ਤੁਹਾਡੇ ਨਾਲ ਛੇੜਨਾ ਚਾਹ ਰਿਹਾ ਸੀਗਾ ਕਿ ਲੀਡਰਸ਼ਿਪ ਜਾਂ ਸਿਆਸੀ ਪਾਰਟੀਆਂ ਦੇ ਮਫਾਦ ਹੋਣਗੇ, ਉਹਨਾਂ ਨੇ ਗੰਦੀ ਗੇਮ ਖੇਡੀ, ਪਰ ਅਸੀਂ ਪੰਜਾਬੀ ਜਿਹੜੇ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਇਆ, ਅਸੀਂ ਤੇ ਮੇਰੇ ਖਿਆਲ 5 ਸਾਲ ਵੀ ਟੱਪਣ ਦਿੱਤੇ ਕਿ ਉਸੇ ਕਾਂਗਰਸ ਨੂੰ ਫਿਰ ਸਿਰ ਤੇ ਬਹਾ ਲਿਆ। ਤੇ ਅੱਜ ਵੀ ਉਹੀ ਕਾਂਗਰਸ ਕਿਸੇ ਨਾ ਕਿਸੇ ਰੂਪ 'ਚ ਬੰਦੇ ਬਦਲ ਗਏ ਹੋਣਗੇ, ਉਸੇ ਹੀ ਨਾਂ ਥੱਲੇ ਉਹੀ ਪਾਰਟੀ ਸ਼ਾਸਨ ਕਾਲ ਕਰ ਰਹੀ ਹੈ ਲੰਮਾ ਸਮਾਂ। ਕਿੰਨੇ ਮੌਕੇ ਦੇ ਦਿੱਤੇ ਪੰਜਾਬੀਆਂ ਨੇ ਜੀ, ਕਿੰਨੇ MP ਕਿੰਨੀ ਵਾਰ ਬਣਾ ਕੇ ਭੇਜਤੇ, ਕਿੰਨੀ ਵਾਰ ਕਾਂਗਰਸ ਦੀ ਸਰਕਾਰ ਬਣਾਤੀ, ਤੇ ਜਿਹੜੀ ਅਕਾਲੀਆਂ ਦੀ ਵੀ ਬਣਾਈ ਉਹ ਕਿਹੜੀ ਅਸੀਂ ਸੋਚ ਸਮਝ ਕੇ ਬਣਾਈ, ਉਹ ਤੋਂ ਵੀ ਮਤਲਬ ਇੱਕ ਤਰ੍ਹਾਂ ਦਾ ਗਾਂਹ ਦੀ ਲੰਘੀ ਗੱਲ। ਹੁਣ ਮੇਰੇ ਮੂੰਹ 'ਚੋਂ ਸ਼ਬਦ ਕੋਈ ਹੋਰ ਨਿਕਲਣ ਲੱਗਾ ਸੀਗਾ। ਤੇ ਆਪਾਂ ਪੰਜਾਬੀਆਂ ਦਾ ਫਿਰ ਜਿਹੜਾ ਉਹ ਜਜ਼ਬਾ, ਸਪਿਰਿਟ, ਤੇ ਉਹ ਸਾਡੀ ਚਲੋ ਮਸਲ ਪਾਵਰ, ਤੇ ਮੈਂ ਨਹੀਂ ਕਹਿੰਦਾ ਅੱਜ ਦੇ ਯੁੱਗ 'ਚ ਮਸਲ ਪਾਵਰ ਦਾ ਕੋਈ ਮਤਲਬ ਨਹੀਂ ਰਹਿ ਗਿਆ, ਪਰ ਕਿਤੇ ਨਾ ਕਿਤੇ ਸਾਡੇ ਵਿੱਚ ਵੀ ਤੇ ਜਿਹੜੇ ਬੁੱਧੀਮਾਨ ਲੋਕ ਨੇ ਉਹਨਾਂ ਨੂੰ ਵੀ ਤੇ ਹੋ ਪਰੇ ਕਰ ਛੱਡਿਆ ਨਾ ਵੀ ਕੋਈ ਗੱਲ ਨਹੀਂ, ਹੋ ਗਿਆ ਜਿਨ੍ਹਾਂ ਨਾਲ ਹੋ ਗਿਆ, ਸਾਡੇ ਘਰ ਤੇ ਨਹੀਂ ਨਾ ਅੱਗ ਆਈ। ਇਹਦੇ ਵਿੱਚ ਗਿੱਲ ਸਾਹਿਬ ਇਹ ਆ ਕਿ ਜਿਹੜੀ ਤੁਸੀਂ ਕਾਂਗਰਸ ਨੂੰ ਵੋਟਾਂ ਪਾਉਣ ਦੀ ਗੱਲ ਕਰਦੇ ਹੋ ਨਾ, ਕਾਂਗਰਸ ਨੇ ਤਾਂ ਖੇਡ ਹੀ ਇਸ ਕਰਕੇ ਖੇਡੀ ਆ। ਜਿਹੜਾ ਬਲੂ ਸਟਾਰ ਸੀਗਾ ਉਹ ਵੀ, ਤੇ ਜਿਹੜਾ ਦਿੱਲੀ ਦਾ ਕਤਲੇਆਮ ਆ ਉਹਦਾ ਲਾਹਾ ਹੀ ਉਹਨੇ ਇਹ ਲਿਆ ਹੈਗਾ, ਕਿਉਂਕਿ ਸਿੱਖ ਭਾਈਚਾਰੇ ਦੀ ਗਿਣਤੀ ਭਾਰਤ ਦੇ ਵਿੱਚ 2% ਵੀ ਨਹੀਂ ਬਣਦੀ ਹੈਗੀ, ਤੇ 98% ਲੋਕਾਂ ਨੂੰ ਉਹਨਾਂ ਨੇ ਖੁਸ਼ ਕੀਤਾ। ਔਰ ਉਹ ਖੁਸ਼ ਕਰਨ ਦੇ ਉਹਨਾਂ ਨੂੰ ਡਰਾ ਕੇ ਭਈ ਇਹ ਭਾਈਚਾਰਾ ਦੇਖੋ ਇਦਾਂ ਦਾ ਆ, ਬੜਾ ਖੂੰਖਾਰ ਹੈ, ਇਹਨੇ ਤੁਹਾਨੂੰ ਮਾਰ ਛੱਡਣਾ ਸੀਗਾ, ਮੈਂ ਤੁਹਾਨੂੰ ਬਚਾਇਆ ਜੇ, ਤੇ ਇਸ ਕਰਕੇ ਤੁਸੀਂ ਵੋਟਾਂ ਸਾਨੂੰ ਪਾਓ। ਤੁਹਾਨੂੰ ਪਤਾ ਹੋਣਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜਾ ਕਤਲੇਆਮ ਸਿੱਖਾਂ ਦਾ ਹੋਇਆ,
ਉਦੋਂ ਜਿਹੜੀਆਂ ਰਾਜੀਵ ਗਾਂਧੀ ਨੂੰ ਸੀਟਾਂ ਮਿਲੀਆਂ ਸੀਗੀਆਂ, ਉਹ ਮੇਰਾ ਖਿਆਲ ਹੈ ਰਿਕਾਰਡ ਅੱਜ ਤੱਕ ਬੀਜੇਪੀ ਵੀ ਨਹੀਂ ਗੀ ਤੋੜ ਸਕੀ। ਜੀ ਤਾਂ ਉਹ ਲਈਆਂ ਕਾਹਦੇ ਸਿਰ ਤੇ ਸੀਗੀਆਂ ਕਿ ਦੇਖੋ ਜੀ, ਕਾਂਗਰਸ ਜਿਹੜੀ ਆ ਉਹ ਦੇਸ਼ ਨੂੰ ਬਚਾਏਗੀ, ਤੇ ਜੇ ਕਾਂਗਰਸ ਨਾ ਹੁੰਦੀ ਤਾਂ ਆ ਜਿਹੜੇ ਅੱਤਵਾਦੀ ਆ ਉਹਨਾਂ ਨੂੰ ਸਿੱਖ ਥੋੜੀ ਕਹਿੰਦੇ ਸੀਗੇ, ਉਹ ਵੀ ਇਹਨਾਂ ਨੇ ਤੁਹਾਨੂੰ ਮਾਰ ਛੱਡਣਾ ਸੀਗਾ ਤੇ ਅਸੀਂ ਤੁਹਾਨੂੰ ਬਚਾਉਣ ਵਾਲੇ ਆ। ਸੋ ਕਈ ਸਿਆਸੀ ਗੱਲਾਂ ਆ ਉਹਦੇ ਵਿੱਚ। ਇਹ ਠੀਕ ਆ, ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਆ ਕਿ ਗਿਆਨੀ ਜੈਲ ਸਿੰਘ ਕਾਹਦੇ ਸਿੱਖ ਸੀਗੇ ਜੇ ਉਦੋਂ ਕੁਝ ਨਹੀਂ ਕਰ ਸਕੇ। ਤੇ ਗਾਂ ਤੁਸੀਂ ਸੁਣ ਲਓ, ਉਦੋਂ ਬਾਅਦ ਦੀਆਂ ਵੀ ਗੱਲਾਂ ਸੁਣ ਲਓ। 1985 ਦੇ ਵਿੱਚ ਰਾਜੀਵ ਲੌਂਗੋਵਾਲ ਅਕਾਰਡ ਹੋਇਆ, ਜਿਹਦੇ ਬਰਨਾਲੇ ਦੀ ਵਿੱਚ ਕਮਜ਼ੋਰੀ। ਅਕਾਲੀਆਂ ਵੱਲੋਂ ਸੰਤ ਲੌਂਗੋਵਾਲ ਗਏ ਸੀਗੇ, ਬਲਵੰਤ ਸਿੰਘ ਗਏ ਸੀਗੇ, ਤੇ ਨਾਲ ਬਰਨਾਲਾ ਸਾਹਿਬ ਗਏ ਸੀਗੇ। ਬਰਨਾਲਾ ਸਾਹਿਬ ਦੀ ਗਵਰਨਮੈਂਟ ਬਣ ਗਈ। ਇਹ ਹੋ ਗਿਆ ਬਈ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਵਗੈਰਾ ਵਗੈਰਾ ਜਿਹੜੀਆਂ ਮੰਗਾਂ ਹੈਗੀਆਂ, ਇਹ ਜੀ 25 ਜਨਵਰੀ 1986 ਨੂੰ ਚੰਡੀਗੜ੍ਹ ਟਰਾਂਸਫਰ ਕਰਤਾ ਜਾਊਗਾ ਪੰਜਾਬੀ ਬੋਲਦੇ। ਅੱਛਾ, ਉਹਨਾਂ ਨੇ ਕੀਤਾ ਤਾਂ ਕੁਛ ਵੀ ਨਾ। ਹੁਣ ਇਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਆ, ਲੌਂਗੋਵਾਲ ਨੂੰ ਤਾਂ ਮਾਰ ਦਿੱਤਾ ਸੀਗਾ, ਤੇ ਇਹ ਜ਼ਿੰਮੇਵਾਰੀ ਰਾਜੀਵ ਗਾਂਧੀ ਦੀ ਬਣਦੀ ਸੀਗੀ, ਉਸ ਧਿਰ ਦੀ, ਕਿ ਉਹ ਜਿਹੜੀ ਕੀਤੀ ਹੋਈ ਕਮਿਟਮੈਂਟ ਸੀਗੀ ਉਹ ਪੂਰੀ ਕਰਦਾ। ਪਰ ਇੱਥੇ ਉਹਨੇ ਵੀ ਤਾਂ ਨਹੀਂ ਸਾਡੀ ਕੀਤੀ। ਕਮਜ਼ੋਰੀ ਸੀ ਨਾ ਸਾਹਿਬ, ਮੈਂ ਤੁਹਾਨੂੰ ਇੱਥੇ ਰੋਕਦਾ ਹਾਂ। ਇੱਥੇ ਵੀ ਤੇ ਬਰਨਾਲੇ ਵਰਗਾ ਇੱਕ ਕਮਜ਼ੋਰ ਬੰਦਾ ਜਿਹੜਾ ਆਪਣੇ ਨੂੰ ਨੈਸ਼ਨਲਿਸਟ ਕਹਿੰਦਾ ਸੀ, ਜਿਹਨੂੰ ਮੁੜ ਕੇ ਮਰਦੇ ਦਮ ਤੱਕ ਅਗਲਿਆਂ ਨੇ ਕਿਤੇ ਨਾ ਕਿਤੇ ਗਵਰਨਰ ਲਾ ਛੱਡਿਆ, ਉਹ ਵਿਅਕਤੀ ਦੀ ਕਮਜ਼ੋਰੀ ਨਹੀਂ ਸੀਗੀ, ਬੜੀ ਵੱਡੀ ਕਮਜ਼ੋਰੀ ਸੀ ਨਹੀਂ ਉਹਦੀ। ਨਹੀਂ, ਉਹ ਮੈਂ ਉਸ ਗੱਲ ਤੇ ਆਉਣਾ ਆ ਜਿਹੜੀ ਤੁਸੀਂ ਕਰ ਰਹੇ ਆ। ਹੁਣ ਰਾਜੀਵ ਗਾਂਧੀ ਨੇ ਤਾਂ ਆਪਣੀ ਕਮਿਟਮੈਂਟ ਪੂਰੀ ਨਹੀਂ ਕੀਤੀ, ਕਾਂਗਰਸ ਨੇ 1938 ਵਾਲਾ ਹੀ ਆਪਣਾ ਵਾਅਦਾ ਨਹੀਂ ਕੀਤਾ, ਤੇ ਉਹਨੇ ਕੀ ਕਰਨਾ ਸੀਗਾ। ਤੇ ਬਰਨਾਲਾ ਸਾਹਿਬ ਦੀ ਕਮਜ਼ੋਰੀ ਇਹ ਆ ਕਿ ਇਹਨਾਂ ਨੂੰ ਕਹਿਣਾ ਚਾਹੀਦਾ ਸੀਗਾ 25 ਜਨਵਰੀ ਤੋਂ 2 ਦਿਨ ਪਹਿਲਾਂ, ਭਈ ਦੇਖੋ ਗੱਲ ਇਦਾਂ ਆ, ਜਾਂ ਤਾਂ ਤੁਸੀਂ ਆ ਜਿਹੜੇ ਵਾਅਦੇ ਕੀਤੇ ਆ ਪੂਰੇ ਕਰ ਦਿਓ, ਚੰਡੀਗੜ੍ਹ ਟਰਾਂਸਫਰ ਕਰ ਦਿਓ, ਪੰਜਾਬੀ ਬੋਲਦੇ ਇਲਾਕੇ ਟਰਾਂਸਫਰ ਕਰ ਦਿਓ, ਬਾਕੀ ਮੰਗਾਂ ਮੰਨ ਲਓ, ਤੇ ਨਹੀਂ ਤੇ ਭਾਈ ਮੈਂ ਕੋਈ ਮੁੱਖ ਮੰਤਰੀ ਨਹੀਂ, ਆ ਲਓ ਮੇਰਾ ਅਸਤੀਫਾ, ਤੇ ਮੈਂ ਇਸ ਗੱਲ ਲਈ ਸਟੈਂਡ ਕਰਦਾ ਭਈ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਆ ਉਹ ਪੂਰੀਆਂ ਕਰੋ, ਤੇ ਨਹੀਂ ਤੇ ਮੈਂ ਉਹ ਮੁੱਖ ਮੰਤਰੀ ਦੀ ਗੱਦੀ ਨੂੰ ਚੰਬੜਿਆ ਰਿਹਾ। ਇਹ ਉਹਦੀ ਬਹੁਤ ਵੱਡੀ ਕਮਜ਼ੋਰੀ ਸੀਗੀ, ਤੇ ਮੁੱਖ ਮੰਤਰੀ ਵੀ ਉਹਨੇ ਕਿੰਨਾ ਕੁ ਚਿਰ ਰਹਿ ਲੈਣਾ ਸੀਗਾ। ਮੁੜ ਕੇ ਅਲਟੀਮੇਟਲੀ ਉਹ ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਨਾ ਤਾਂ ਉਹਦਾ ਕੋਈ ਸਰਕਾਰ ਵੱਲੋਂ ਮੁੱਲ ਪੈਣਾ ਸੀਗਾ। ਤੇ ਸਰਕਾਰਾਂ ਦੇ ਮੁੱਲ ਦਾ ਕੋਈ ਬਹੁਤਾ ਮੁੱਲ ਨਹੀਂ ਹੁੰਦਾ, ਮੁੱਲ ਆਪਣੇ ਲੋਕਾਂ ਦਾ ਹੁੰਦਾ ਹੈਗਾ, ਆਪਣੇ ਭਾਈਚਾਰੇ ਦਾ ਹੁੰਦਾ ਹੈਗਾ। ਸਟੇਟ ਨੇ ਤੇ ਮੁੱਲ ਪਾਇਆ ਸਰ ਉਹਨਾਂ ਦਾ, ਅਖੀਰ ਤੱਕ ਉਹਨੂੰ ਗਵਰਨਰ ਬਣਾ ਛੜਿਆ। ਅਖੀਰ ਜਦੋਂ ਤੁਰਨ ਤੋਂ ਵੀ ਆਰੀ ਹੋ ਗਿਆ, ਉਦੋਂ ਕਿਤੇ 2 ਸਾਲ ਜੀਂਦਾ ਰਿਹਾ, ਸਾਰੀ ਉਮਰ ਤੇ ਉਹਨੂੰ ਗਵਰਨਰ ਲਾ ਛੜਿਆ, ਕਦੀ ਕਿਤੇ ਕਦੀ ਕਿਤੇ। ਗਵਰਨਰ ਗਿੱਲ ਸਾਹਿਬ ਕਿਹੜੀ ਵੱਡੀ ਗੱਲ ਨਹੀਂ ਹੈਗੀ ਨਹੀਂ ਆ, ਵੱਡੀ ਭਾਵੇਂ ਨਹੀਂ, ਪਰ ਨਿੱਕੇ ਨਿੱਕੇ ਬੰਦੇ ਵੀ ਲੱਗ ਜਾਂਦੇ ਆ। ਉਹਦਾ ਮੁੱਲ ਇਹ ਸੀਗਾ ਕਿ ਉਹ ਆਪਣੇ ਭਾਈਚਾਰੇ ਵਿੱਚ ਸਟੈਂਡ ਕਰਨ ਜੋਗਾ ਹੁੰਦਾ। ਉਹ ਪੰਜਾਬ ਦੀਆਂ ਮੰਗਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਪੂਰੀਆਂ ਕਰਵਾਉਣ ਲਈ ਯਤਨ ਕਰਦਾ। ਜੇ ਨਾ ਵੀ ਪੂਰੀਆਂ ਕਰਦੇ, ਅਸਤੀਫਾ ਦੇ ਕੇ ਬਾਹਰ ਆ ਜਾਂਦਾ, ਤੇ ਉਹਦੀ ਪੋਜੀਸ਼ਨ ਹੋਰ ਹੋਣੀ ਸੀ। ਇਹ ਤੇ ਗੱਲ ਕਰ ਰਹੇ ਆ ਨਾ, ਨਿੱਕੇ ਨਿੱਕੇ ਬੰਦੇ ਤੁਸੀਂ ਕਹਿ ਰਹੇ ਹੋ, ਉਹ ਵੀ ਫਿਰ ਕਿਹੜਾ ਵੱਡੇ ਬੰਦਿਆਂ 'ਚ ਹੋਇਆ, ਲੰਬਾ ਕੱਦ ਹੋਊਗਾ, ਹੈ ਤੇ ਨਿੱਕਾ ਹੀ ਨਾ, ਫਿਰ ਪਾਉਣਾ ਹੀ ਹੋਊਗਾ ਨਾ। ਮੈਂ ਇਹ ਨਹੀਂ ਕਹਿੰਦਾ ਕਿ ਬਈ ਉਹਦਾ ਪੱਖ ਪੂਰਨ ਲਈ ਉਹਨੂੰ ਵੀ ਬਹੁਤ ਸਾਰੇ ਗਵਰਨਰ ਬਣੇ। ਗਵਰਨਰ ਹੀ ਕਿਹੜੀ ਕੋਈ ਵੱਡੀ ਚੀਜ਼ ਹੈਗੀ ਆ, ਪਰ ਉਹਨਾਂ ਉਹਦੇ ਲੋਕਾਂ ਨਾਲ ਤਾਂ ਵਾਸਤੇ ਸਤਿਆਪਾਲ ਮਲਿਕ ਹੀ ਚੰਗਾ ਆ। ਉਹ ਬਿਲਕੁਲ ਬਿਲਕੁਲ। ਇਹ ਬੰਦੇ ਦੀ ਜਿਹੜੀ ਆ, ਮੈਨੂੰ ਨਹੀਂ ਪਤਾ ਉਹਦੀ ਕੀ ਸਿਆਸਤ ਆ, ਉਹ ਬੰਦੇ ਨੂੰ ਸਲੂਟ ਆ ਜੀ। ਉਹ ਬੰਦਾ, ਉਸ ਪਾਰਟੀ ਨੇ ਉਹਨੂੰ ਬਣਾਇਆ ਹੋਵੇ, ਤੇ ਉਹ ਇੰਨੇ ਜ਼ੋਰਦਾਰ ਢੰਗ ਨਾਲ ਇਨਸਾਫ ਦੀ ਗੱਲ ਕਰ ਰਿਹਾ ਹੋਵੇ, ਉਸ ਵਿਅਕਤੀ ਨੂੰ ਵਾਕਿਆ ਹੀ ਅੱਜ ਦੇ ਯੁੱਗ ਦੇ ਵਿੱਚ ਮੰਨਣਾ ਪਏਗਾ। ਆਉਣ ਵਾਲੀਆਂ ਸਮਾਂ 'ਚ ਉਹ ਯਾਦ ਰੱਖਿਆ ਜਾਊਗਾ ਵਿਅਕਤੀ, ਕਿ ਉਹਨੇ, ਆਪਾਂ ਹਾ ਦਾ ਨਾਰਾ ਦੀ ਗੱਲ ਕਰਦੇ ਆ ਨਾ ਮਲੇਰਕੋਟਲੇ ਨਵਾਬ ਦੀ, ਇਹ ਹਾ ਦਾ ਨਾਰਾ ਹੀ ਹੁੰਦਾ, ਇਹ ਵੀ ਹਾ ਦਾ ਹੀ ਨਾਰਾ ਆ। ਉਹ ਤਾਂ ਦੇਖੋ ਜੀ, ਗੱਲ ਇਦਾਂ ਆ ਕਿ ਜਿਹੜੀ ਪਾਰਟੀ ਨੇ ਉਹਨੂੰ ਬਣਾਇਆ ਹੈਗਾ ਗਵਰਨਰ, ਜਿਹੜੀ ਪਾਰਟੀ ਦਾ ਉਹ ਗਵਰਨਰ ਆ, ਉਸ ਪਾਰਟੀ ਦੇ ਖਿਲਾਫ ਉਹ ਡਟ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲ ਰਿਹਾ। ਔਰ ਉਹ ਇਹ ਵੀ ਕਹਿੰਦਾ ਆ ਵੀ ਜੇ ਤੁਸੀਂ ਕਿਸਾਨਾਂ ਦੀਆਂ ਗੱਲਾਂ ਨਾ ਮੰਨੀਆਂ ਤੇ ਤੁਹਾਡਾ ਬੇੜਾ ਗਰਕ ਹੋ ਜਾਣਾ ਜੇ। ਜਦੋਂ ਵੱਧ ਮੇਰਾ ਮਤਲਬ ਕਹਿਣ ਦਾ ਇਹ ਆ ਵੀ ਇਹ ਹੁੰਦੀ ਆ ਸਮੇਂ ਸਿਰ ਕੀਤੀ ਹੋਈ ਗੱਲ। ਜੇ ਤੁਸੀਂ ਸਮੇਂ ਸਿਰ ਠੀਕ ਸਟੈਂਡ ਲੈਨੇ ਆ ਤਾਂ ਉਹਦੇ ਨਤੀਜੇ ਜਿਹੜੇ ਆ ਉਹ ਨਿਕਲ ਆਉਂਦੇ ਆ। ਹੁਣ ਪ੍ਰਕਾਸ਼ ਸਿੰਘ ਬਾਦਲ ਹੁਣੀ, ਮਰਾਰਜੀ ਦੇਸਾਈ ਹੁਣਾਂ ਕੋਲ ਡਰਦੇ ਰਹੇ, ਤੇ ਇਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਰਿਹਾ। ਜੋਤੀ ਬਾਸੂ ਉਹਨਾਂ ਨਾਲ ਲੜਦਾ ਵੀ ਰਿਹਾ ਤੇ ਆਪਣੀ ਸਟੇਟ ਲਈ ਸਹੂਲਤਾਂ ਵੀ ਲੈਂਦਾ ਰਿਹਾ। ਇਹ ਫਰਕ ਹੁੰਦਾ ਹੈਗਾ ਵਿਜ਼ਨ ਵਾਲੇ
ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦਾ, ਤੇ ਜਿਹੜੇ ਆਪਣੇ ਘਰਾਂ ਵੱਲ ਤੇ ਛੋਟੇ ਛੋਟੇ ਲਾਲਚਾਂ ਵੱਲ ਵੇਖਦੇ ਆ ਉਹਨਾਂ ਦੇ ਵਿੱਚ ਇਹ ਫਰਕ ਹੁੰਦਾ ਜੀ। ਬਿਲਕੁਲ ਕਾਲੋ ਸਾਹਿਬ, ਆਪਾਂ ਪੰਜਾਬ ਦੀਆਂ ਨਿਊਜ਼ ਦੇ ਉੱਤੇ ਕੋਈ ਗੱਲ ਨਹੀਂ ਕਰ ਸਕੇ, ਸਮਾਂ ਆਪਣਾ ਹੋ ਗਿਆ। ਅੱਜ ਬਹੁਤ ਵੱਡਾ ਮੁੱਦਾ ਸੀਗਾ, ਬਹੁਤ ਵਧੀਆ ਢੰਗ ਨਾਲ ਤੁਸੀਂ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਖਬਰਾਂ ਕਰੰਟ ਤੇ ਆਪਾਂ ਰੋਜ਼ ਕਰਦੇ ਰਹਿੰਦੇ ਆ, ਉਹ ਸ਼ਹੀਦ ਰਨ ਨਾਲ ਹੁਣ ਪੰਜਾਬ ਦੀਆਂ ਜਿਹੜੀਆਂ ਅੱਜ ਦੀਆਂ ਵੱਡੀਆਂ ਖਬਰਾਂ ਨੇ ਉੱਤੇ ਆਪਾਂ ਚਰਚਾ ਜ਼ਰੂਰ ਕਰਾਂਗੇ। ਤੇ ਬਹੁਤ ਵੱਡੇ ਮਸਲੇ ਦੇ ਉੱਤੇ ਤੁਸੀਂ ਬੜੇ ਵਧੀਆ ਸਾਨੂੰ ਜਿਹੜੇ ਵਿਚਾਰ ਦਿੱਤੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਜੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ।